शिव सेना ने ਧਰੋਕ कि वी आर माइनॉरिटी इन पंजाब सवाल सीगा कि अज बहुत सारिया शिव सेना ते डर का वातावरण सीगा सूबे दे विच। जब भी कोई कष्ट आ जाए दे लेना आवाज़ संवेदना को, तो संवेदना हर समय सबके लिए, तो सब तो उत्ते देश, देश तो बाद पार्टी, पार्टी के बाद परिवार। टिकट्स लभ रही है 117 कैंडीडेट ਦੇ ਵਿੱਚ ਕਿਤੇ ਰਵਿੰਦਰ ਅਰੋੜਾ ਦਾ ਵੀ ਨਾਮ ਹੋ ਸਕਦਾ ਹੈ। कैप्टन कहता जी असी माल गड्डियां चला लो। ਕਿਉਂ ਹੋਵੇ ਕਿ ਹਿੰਦੂ ਹਿਰਦੇ ਸਮਰਾਟ ਨਾਲ ਤੁਹਾਨੂੰ ਕਿਉਂ ਨਿਵਾਜਿਆ ਜਾਂਦਾ ਹੈ? ਨਮਸਕਾਰ, ਡੇਲੀ ਲਾਈਵ ਭਾਰਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਪ੍ਰਭਾਤ ਸ਼ੁਕਲਾ ਸਵਾਗਤ ਕਰਦਾ ਹਾਂ। ਜਿਸ ਤਰ੍ਹਾਂ ਕਿ ਅੱਜ ਇੱਕ ਬਹੁਤ ਇਤਿਹਾਸਿਕ ਦਿਨ ਹੈ ਔਰ ਭਾਰਤੀ ਜਨਤਾ ਪਾਰਟੀ ਇਸ ਨੂੰ ਪੂਰੇ ਦੇਸ਼ ਦੇ ਵਿੱਚ ਸੈਲੀਬ੍ਰੇਟ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਸਾਰੇ ਗਠਬੰਧਨ ਵਾਲੇ ਦਲ ਵੀ ਇਸ ਨੂੰ ਜਸ਼ਨ ਦੇ ਰੂਪ 'ਚ ਮਨਾ ਰਹੇ ਨੇ, ਕਿਉਂਕਿ ਬਿਹਾਰ ਦੇ ਵਿੱਚ ਵੱਡਾ ਉਲਟਫੇਰ ਹੁੰਦੇ ਹੋਏ ਵੀ ਅੱਜ ਉਹ ਜਿੱਤ ਗਏ। ਲੇਕਿਨ ਪੰਜਾਬ ਦੀ ਰਾਜਨੀਤੀ, ਜੀ ਹਾਂ, ਪੰਜਾਬ ਦੀ ਰਾਜਨੀਤੀ ਕੁਝ ਹੋਰ ਹੀ ਕਹਿ ਰਹੀ ਹੈ। ਦਲਾਂ ਦਾ ਟੁੱਟਣਾ, ਟੁੱਟ ਕੇ ਅਲੱਗ ਹੋ ਕੇ ਅਲੱਗ-ਅਲੱਗ ਇਲੈਕਸ਼ਨ ਲੜਨੇ ਔਰ ਆਪਣੇ ਪੁਰਾਣੇ ਬੰਦਿਆਂ ਨੂੰ ਭੁੱਲ ਜਾਣਾ। ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ ਹਾਂ ਕਿਉਂਕਿ ਅੱਜ ਸਾਡੇ ਨਾਲ ਜੋ ਸ਼ਖਸ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਇੰਟਰਵਿਊ ਸੀਰੀਜ਼ ਦੇ ਵਿੱਚ ਅੱਜ ਤੁਹਾਨੂੰ ਇੰਟਰੋਡਿਊਸ ਕਰਾਉਣ ਜਾ ਰਹੇ ਹਾਂ, ਉਹ ਕਿਸੇ ਭੂਮਿਕਾ ਦੇ ਮੁਹਤਾਜ ਨਹੀਂ। ਜਦੋਂ ਤੋਂ ਅੱਤਵਾਦ ਦਾ ਦੌਰ ਪੰਜਾਬ ਨੇ ਦੇਖਿਆ ਹੈ ਔਰ ਜੋ ਅੱਜ ਦੀ ਕਰੰਟ ਸਿਚੁਏਸ਼ਨ ਹੈ, ਜੋ ਮੌਜੂਦਾ ਹਾਲਾਤ ਨੇ ਪੰਜਾਬ ਦੇ, ਉਹਦੇ ਵਿੱਚ ਉਹਨਾਂ ਦਾ ਇੱਕ ਅਹਿਮ ਯੋਗਦਾਨ ਹੈ। ਚਾਹੇ ਉਹ ਸੰਗਠਨ ਨੂੰ ਲੈ ਕੇ ਹੋ ਜਾਵੇ, ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਣ ਨੂੰ ਲੈ ਕੇ ਹੋ ਜਾਵੇ, ਜਾਂ ਹਿੰਦੂ ਹਿਰਦੇ ਸਮਰਾਟ। ਜੀ ਹਾਂ, ਹਿੰਦੂ ਹਿਰਦੇ ਸਮਰਾਟ ਦੀ ਉਪਾਧੀ ਇਸ ਲਈ ਮੈਂ ਦੇ ਰਿਹਾ ਹਾਂ ਕਿਉਂਕਿ ਲੋਕ ਲੁਧਿਆਣੇ ਦੇ ਔਰ ਪੰਜਾਬ ਦੇ ਔਰ ਸੰਗਠਨ ਦੇ ਇਹਨਾਂ ਨੂੰ ਹਿੰਦੂ ਹਿਰਦੇ ਸਮਰਾਟ ਕਹਿਣ ਲੱਗੇ ਨੇ। ਉਹਦਾ ਕਾਰਨ ਹੈ ਕਿ ਜਦੋਂ ਹਿੰਦੂਤਵ, ਹਿੰਦੂ ਦੀ ਗੱਲ ਆਉਂਦੀ ਉਦੋਂ ਬੀਜੇਪੀ ਨੂੰ ਬਲੇਮ ਕਰ ਦਿੱਤਾ ਜਾਂਦਾ ਹੈ। ਲੇਕਿਨ ਬੀਜੇਪੀ 'ਚ ਰਹਿੰਦੇ ਹੋਏ, ਅੱਜ ਦੇ ਮੌਜੂਦਾ ਹਾਲਾਤ ਨੂੰ ਬਦਲਦੇ ਹੋਏ ਉਹਨਾਂ ਨੇ ਬਹੁਤ ਕੁਝ ਕੀਤਾ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸਮਝ ਰਹੇ ਹੋ। ਸਾਡੇ ਨਾਲ ਨੇ ਰਵਿੰਦਰ ਅਰੋੜਾ ਜੀ, ਜਿਨ੍ਹਾਂ ਨੂੰ ਕਿਸੇ ਵੀ ਇੰਟਰੋਡਕਸ਼ਨ ਦੀ ਕੋਈ ਜ਼ਰੂਰਤ ਨਹੀਂ ਹੈ। ਉਹ ਆਪਣੇ ਆਪ ਦੇ ਵਿੱਚ ਉਹ ਸ਼ਖਸ, ਉਹ ਸ਼ਖਸੀਅਤ ਜੋ ਮੂੰਹ ਬੋਲਦੀ ਸ਼ਖਸੀਅਤ ਹੈ, ਉਹਨਾਂ ਦਾ ਜੀਵਨ ਲੋਕਾਂ ਦੀ ਪ੍ਰੇਰਣਾ ਦਾ ਸਰੋਤ ਹੈ। ਉਹਨਾਂ ਨਾਲ ਗੱਲਬਾਤ ਕਰੀਏ ਤੇ ਜਾਣੀਏ ਉਹਨਾਂ ਦੀ ਦਿਲ ਦੀਆਂ ਗੱਲਾਂ ਪੰਜਾਬ ਨੂੰ ਲੈ ਕੇ, ਦੇਸ਼ ਨੂੰ ਲੈ ਕੇ ਔਰ ਜੋ ਕਰੰਟ ਮੁੱਦੇ, ਜੋ ਕਰੰਟ ਅਫੇਅਰਸ ਨੇ ਸਾਡੇ ਦੇਸ਼ ਦੇ, ਕੀ ਕਹਿਣਾ ਚਾਹੁੰਦੇ ਨੇ ਉਹ ਇਸ ਬਾਬਤ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ। ਧੰਨਵਾਦ। ਸਭ ਤੋਂ ਪਹਿਲਾਂ डेली लाइव भारत देख रहे सारे ही प्यारे श्रोतियां का, सन्मानयोग दर्शकों का और तुहाडी सारी टीम का मैं दिल दियां गहराइयां तो धन्नवाद करदा कि तुसी एक वो चैनल शुरू किया जिहड़ा समाजिक खेत्र दे विच काम कर रहे लोगों नूं उन्हां दी कार्यशैली बारे आम लोगों को अवेयर करा सके और की किस दे विच कमियां ने, की किसी दे विच क्वालिटीज़ ने, वो सारियां जनतक होण। इस दे लई मैं तुहाडी समुची टीम नूं वधाई दिंदा। ਸਭ ਤੋਂ ਪਹਿਲਾ ਪ੍ਰਸ਼ਨ ਤਾਂ ਇਹ ਹੈ ਅਰੋੜਾ ਜੀ, ਤੁਸੀਂ ਜਿਸ ਸੰਗਠਨ 'ਚ ਕੰਮ ਕਰ ਰਹੇ ਹੋ ਉਸ ਤੋਂ ਪਿਛਲਾ ਵੀ ਇੱਕ ਸੰਗਠਨ ਸੀ ਤੁਹਾਡਾ, ਇੱਕ ਪਿਛਲਾ ਪਿਛੋਕੜ ਵੀ ਅਸੀਂ ਦੇਖਿਆ ਹੈ ਜੋ ਸਾਡੀ ਸਟੱਡੀ ਹੈ, ਉਹ ਸੀ ਸ਼ਿਵ ਸੈਨਾ। ਅੱਜ ਵੀ ਬਹੁਤ ਸਾਰੀ ਸ਼ਿਵ ਸੈਨਾ ਪੰਜਾਬ 'ਚ ਕੰਮ ਕਰ ਰਹੀ ਹੈ। ਉਸ ਟਾਈਮ ਦੀ ਸ਼ਿਵ ਸੈਨਾ ਔਰ ਅੱਜ ਦੀ ਸ਼ਿਵ ਸੈਨਾ 'ਚ ਫਰਕ, ਅੱਤਵਾਦ ਦਾ ਉਹ ਦੌਰ ਜਦੋਂ ਤੁਸੀਂ ਆਪ ਭੱਜ ਕੇ ਜਾਂਦੇ ਸੀ ਵਰਕਿੰਗ ਕਰਨ ਵਾਸਤੇ, ਸਾਡੇ ਦਰਸ਼ਕਾਂ ਨੂੰ ਜ਼ਰੂਰ ਰੂਬਰੂ ਕਰਾਓ ਕਿਉਂਕਿ ਇਸ ਤੱਥ ਬਾਰੇ ਅੱਜ ਤੱਕ ਕਿਸੇ ਚੈਨਲ ਨੇ ਆਵਾਜ਼ ਨਹੀਂ ਚੱਕੀ। ਮੈਂ ਇਸ ਕਰਕੇ ਇਹ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ ਕਿਉਂਕਿ ਅੱਜ ਦੀ ਜਨਰੇਸ਼ਨ ਜਾਣੂ ਹੋਵੇ ਕਿ ਹਿੰਦੂ ਹਿਰਦੇ ਸਮਰਾਟ ਨਾਲ ਤੁਹਾਨੂੰ ਕਿਉਂ ਨਿਵਾਜਿਆ ਜਾਂਦਾ ਹੈ। इस तरह प्रभात जी, पहली गल तां मैं तुहानूं बेनती करांगा कि मैनू इस टैग दे नाल संबोधन ना किया जाए। हिंदू होना ही अपने आप दे विच बहुत वड्डा एक टैग है। हरदे सम्राट या कुछ भी होना, मैं नहीं समझदा कि मेरे वर्गा नमाणा जा बंदा इस योग है। लेकिन जिस वेले मेरी कौम नूं, मेरे सूबे नूं, मेरे देश नूं इस गल की जरूरत सी कि सूबे दे विच वक्खवाद
ਅਤੇ ਅੱਤਵਾਦ ਪਨਪਿਆ ਔਰ ਸਿਖਰਾਂ ਤੇ ਗਿਆ। ਉਸ ਵੇਲੇ ਨੈਸ਼ਨਲ ਇੰਟੈਗਰਿਟੀ ਦੇ ਲਈ, ਇਸ ਦੇਸ਼ ਨੂੰ ਇਕਜੁੱਟ ਰੱਖਣ ਦੇ ਲਈ, ਆਪਸੀ ਸਾਂਝ ਨੂੰ ਕਾਇਮ ਰੱਖਣ ਦੇ ਲਈ ਕੁਝ ਲੋਕਾਂ ਨੂੰ ਅੱਗੇ ਆਉਣਾ ਪਿਆ, ਨਿੱਤਰਨਾ ਪਿਆ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਸਾਥੀ ਆਏ, ਅਸੰਖਿਆ ਬਲੀਦਾਨੀ ਹੋਏ। ਔਰ ਉਸ ਵੇਲੇ ਅਸੀਂ ਨਿਸ਼ਚਿਤ ਤੌਰ ਤੇ 1983 ਦੇ ਵਿੱਚ ਹਿੰਦੂ ਸ਼ਿਵ ਸੈਨਾ ਨਾਮਕ ਸੰਗਠਨ ਦੀ ਸਥਾਪਨਾ ਇਸ ਖਿੱਤੇ ਵਿੱਚ ਹੋਈ ਔਰ ਉਸੇ ਨੂੰ ਅੱਗੇ ਲੈ ਕੇ ਅਸੀਂ ਤੁਰੇ। ਔਰ ਸਾਡੇ ਬਹੁਤ ਸਾਰੇ ਸਾਥੀ, ਕਿਉਂਕਿ ਤੁਹਾਡਾ ਇੱਕ ਸਵਾਲ ਸੀਗਾ ਕਿ ਅੱਜ ਬਹੁਤ ਸਾਰੀਆਂ ਸ਼ਿਵ ਸੈਨਾ ਕੰਮ ਕਰ ਰਹੀਆਂ ਨੇ ਔਰ ਉਸ ਵੇਲੇ ਦੀ ਤੇ ਅੱਜ ਦੀ ਸ਼ਿਵ ਸੈਨਾ ਦੇ ਵਿੱਚ ਫਰਕ ਕੀ ਹੈ। ਉਸ ਵੇਲੇ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹੈਜੀਟੇਸ਼ਨ ਨਹੀਂ। ਸ਼ਿਵ ਸੈਨਾ ਦਾ ਮੈਂਬਰ ਬਣਨਾ, ਸ਼ਿਵ ਸੈਨਾ ਦੀ ਸਦੱਸਤਾ ਗ੍ਰਹਿਣ ਕਰਨਾ ਕਿਸੇ ਆਰਥਿਕ ਲਾਭ ਜਾਂ ਰਾਜਨੀਤਿਕ ਲਾਭ ਪਰਪਸ ਨਹੀਂ ਸੀ ਹੁੰਦਾ। ਉਸ ਵੇਲੇ ਇੱਕ ਨਿਮੰਤਰਣ ਹੁੰਦਾ ਸੀ ਆਪਣੇ ਆਪ ਨੂੰ ਮੁਸੀਬਤ 'ਚ ਪਾਉਣ ਦਾ। ਠੀਕ ਹੈ। ਅੱਤਵਾਦ ਦੇ ਸਮੇਂ ਆਪਣੇ ਆਪ ਨੂੰ ਆਪਣੀ ਮੌਤ ਨੂੰ ਦਾਵਤ ਦੇਣ ਵਾਲੀ ਗੱਲ ਵੀ ਕਹੀ ਜਾਏ ਤੇ ਕੋਈ ਅਤਕਥਨੀ ਨਹੀਂ ਹੋਏਗੀ। ਜਦੋਂ ਇਹ ਹਾਲਾਤ ਸੀਗੇ ਤੇ ਡਰ ਦਾ ਵਾਤਾਵਰਨ ਸੀਗਾ ਸੂਬੇ ਦੇ ਵਿੱਚ, ਉਸ ਵੇਲੇ ਸਾਡੀ ਕਮਿਊਨਿਟੀ ਦੇ ਲੋਕਾਂ ਨੂੰ ਕਿ ਵੀ ਆਰ ਮਾਈਨੋਰਟੀ ਇਨ ਪੰਜਾਬ, ਸਾਨੂੰ ਇਹ ਦੇਖਣਾ ਪੈਣਾ ਸੀ ਕਿ ਸਾਡੀ ਵੌਇਸ ਚੱਕਣ ਵਾਲਾ ਕੋਈ ਤਾਂ ਹੋਵੇ। ਪੰਜਾਬ ਦੀ ਜਿਹੜੀ ਹਿੰਦੂ ਕਮਿਊਨਿਟੀ ਹੈ, ਮਾਈਨੋਰਟੀ ਕਮਿਊਨਿਟੀ ਹੈ, ਇਹ ਵੌਇਸਲੈਸ ਹੋ ਕੇ ਹੋਰ ਡਿਮੋਰਲਾਈਜ਼ ਨਾ ਹੋਵੇ। ਪਿਛੋਕੜ ਦੇ ਵਿੱਚ ਤੁਸੀਂ ਵੇਖਿਆ ਹੋਣਾ, ਭਾਵੇਂ ਉਹ 85-86 ਦਾ ਦੌਰ ਹੋਵੇ, ਜਦੋਂ ਬਾਰਡਰ ਬੈਲਟਸ ਤੋਂ ਮਾਈਗ੍ਰੇਸ਼ਨ ਸ਼ੁਰੂ ਹੋਈ, ਪੱਟੀ, ਖੇਮਕਰਨ ਜਾਂ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਬਾਰਡਰ ਦੇ ਨਾਲ ਲੱਗਦੇ ਕਸਬੇ ਜਾਂ ਸੂਬੇ, ਉੱਥੋਂ ਪੰਜਾਬ ਦੇ ਹਿੰਦੂਆਂ ਦਾ ਪਲਾਇਨ ਹੋਇਆ ਸ਼ੁਰੂ। ਉਸ ਪਲਾਇਨ ਦਾ ਕਾਰਨ ਡਰ ਸੀ। ਉਸ ਡਰ ਨੂੰ ਘਟਾਉਣ ਲਈ ਜਾਂ ਦੂਰ ਕਰਨ ਲਈ ਜ਼ਰੂਰੀ ਸੀ ਕਿ ਇੱਕ ਵੌਇਸ ਜਿਹੜੀ ਹੈ, ਮੈਂ ਸਮਝਦਾ ਕਿ ਬੁਲੰਦ ਆਵਾਜ਼ ਉਸ ਡਰ ਦੇ ਵਿਰੁੱਧ, ਉਸ ਅੱਤਵਾਦ ਤੇ ਵੱਖਵਾਦ ਦੇ ਵਿਰੁੱਧ ਚੱਕਣੀ ਚਾਹੀਦੀ ਸੀ। ਔਰ ਉਸ ਵੇਲੇ ਲੁਧਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਵੱਖ-ਵੱਖ ਸਾਥੀਆਂ ਨੇ, ਵੱਖ-ਵੱਖ ਸਾਡੇ ਲੀਡਰਸ ਨੇ, ਸਾਡੇ ਸੀਨੀਅਰਸ ਨੇ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਕੁਰਬਾਨੀਆਂ ਵੀ ਦਿੱਤੀਆਂ, ਵੌਇਸ ਵੀ ਚੱਕੀ। ਲੁਧਿਆਣੇ ਦੀ ਗੱਲ ਕਰਾਂ ਤੇ ਇੱਥੋਂ ਜਗਦੀਸ਼ ਤਾਂਗੜੀ ਜੀ, ਜਲੰਧਰ ਦੀ ਗੱਲ ਕਰਾਂ ਸਵਾਮੀ ਪੁਸ਼ਪਿੰਦਰ ਜੀ, ਉਦੋਂ ਪ੍ਰੋਫੈਸਰ ਪੁਸ਼ਪਿੰਦਰ ਜੀ ਕਿਹਾ ਜਾਂਦਾ ਸੀ ਉਹਨਾਂ ਨੂੰ। ਅੰਮ੍ਰਿਤਸਰ ਦੀ ਗੱਲ ਕਰਾਂ ਪੰਡਿਤ ਕਿਸ਼ੋਰ ਚੰਦ, ਸੁਰਿੰਦਰ ਡੋਗਰਾ। ਪਟਿਆਲਾ ਦੀ ਗੱਲ ਕਰਾਂ ਪਵਨ ਸ਼ਰਮਾ, ਵਿਦਿਆ ਸਾਗਰ ਜੀ ਦਾ ਲੜਕਾ ਅਸ਼ੋਕ। ਇਸ ਤਰ੍ਹਾਂ ਦੇ ਕਈ ਨਾਮ ਨੇ ਜਿਨ੍ਹਾਂ ਨੇ ਬਲੀਦਾਨ ਵੀ ਦਿੱਤੇ ਔਰ ਆਵਾਜ਼ ਨੂੰ ਵੀ ਚੱਕਿਆ। ਔਰ ਮੇਰਾ ਤਾਂ ਇਹ ਕੱਦ ਬਹੁਤ ਉਹਨਾਂ ਦੇ ਸਾਹਮਣੇ ਬੌਨਾ ਔਰ ਛੋਟਾ, ਜਿਨ੍ਹਾਂ ਲੋਕਾਂ ਨੇ ਇਸ ਵੌਇਸ ਨੂੰ ਬੁਲੰਦ ਰੱਖਿਆ। ਉਸ ਵੇਲੇ ਸ਼ਿਵ ਸੈਨਾ ਜੁਆਇਨ ਕਰਨ ਦਾ ਮਤਲਬ ਹੁੰਦਾ ਸੀ ਕਿ ਅਸੀਂ ਆਪਣੇ ਰਕਤ ਰੰਜਿਤ ਸਮਾਜ ਜਿਹੜਾ ਸਾਡਾ ਹੋ ਰਿਹਾ ਸੀ, ਸਾਡੀ ਕਤਲੋ ਗਾਰਤ ਹੁੰਦੀ ਸੀ, ਬੱਸਾਂ ਤੋਂ ਲਾ ਕੇ ਪੰਜਾਬ ਦੀ ਮਾਈਨੋਰਟੀ ਕਮਿਊਨਿਟੀ ਨੂੰ ਮਾਰਿਆ ਜਾਂਦਾ ਸੀ, ਭਾਵੇਂ ਉਹ ਢਿਲਵਾਂ ਕਾਂਡ ਹੋਵੇ ਦਰਬਾਰਾ ਸਿੰਘ ਸਰਕਾਰ ਦੇ ਸਮੇਂ, ਭਾਵੇਂ ਉਹ ਕਾਰੀ ਸਾਰੀ ਹੋਵੇ, ਭਾਵੇਂ ਉਹ ਲਾਲੜੂ ਕਾਂਡ ਹੋਵੇ। ਐਸੇ ਅਸੰਖਿਅ ਕਾਂਡ ਹੋਏ ਜਿਹਦੇ ਵਿੱਚ ਰੇਲਾਂ ਤੇ ਬੱਸਾਂ ਤੋਂ ਲਾ ਕੇ ਇੱਕ ਮਜ਼ਹਬ ਵਿਸ਼ੇਸ਼ ਦੇ ਲੋਕਾਂ ਨੂੰ, ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ। ਔਰ ਉਸ ਵੇਲੇ ਇਹ ਬਦਕਿਸਮਤੀ ਦੀ ਗੱਲ ਸੀ ਕਿ ਸਿਆਸੀ ਪਾਰਟੀਆਂ
ਸਾਰੀਆਂ ਹੀ ਆਪਣਾ ਸਿਆਸੀ ਮੁਫਾਦ ਦੇਖ ਕੇ ਗੱਲ ਕਰਦੀਆਂ ਸਨ ਔਰ ਇਸ ਦੇ ਵਿੱਚ ਸਫਰਰ ਜਿਹੜਾ ਸੀ ਸਭ ਤੋਂ ਵੱਡਾ ਉਹ ਪੰਜਾਬ ਦਾ ਹਿੰਦੂ ਸੀ। ਭਾਵੇਂ ਗੱਲ 1947 ਦੀ ਪਾਰਟੀਸ਼ਨ ਦੀ ਕਰੀਏ, ਭਾਵੇਂ ਸਮੇਂ-ਸਮੇਂ 'ਤੇ ਆਈਆਂ ਹੋਰ ਔਕੜਾਂ ਦੀ ਗੱਲ ਕਰੀਏ, ਤੇ ਸਭ ਤੋਂ ਵੱਧ ਜੇ ਮਾਰ ਕਿਸੇ ਨੂੰ ਅੱਜ ਤੱਕ ਵੀ ਪਈ ਹੈ ਤੇ ਉਹ ਪੰਜਾਬੀ ਹਿੰਦੂ ਹੈ। ਪੰਜਾਬੀ ਹਿੰਦੂ ਪਹਿਲਾਂ ਉੱਜੜ ਕੇ ਪਾਕਿਸਤਾਨ ਤੋਂ ਆਇਆ। ਸਾਡੇ ਬਜ਼ੁਰਗਾਂ ਨੇ ਰੇਹੜੀਆਂ, ਰਕਸ਼ੇ, ਮਿਹਨਤਾਂ ਮਜ਼ਦੂਰੀਆਂ ਕਰਕੇ ਆਪਣੇ ਆਪ ਨੂੰ ਇਸ ਖਿੱਤੇ ਵਿੱਚ ਸਥਾਪਿਤ ਕੀਤਾ ਔਰ ਇੱਕ ਵਾਰ ਫਿਰ ਉਹ ਦੌਰ ਸ਼ੁਰੂ ਹੋਇਆ 82-83 ਤੋਂ ਲੈ ਕੇ ਜਿਹੜਾ 95 ਤੱਕ ਚੱਲਿਆ ਕਿ ਇਹਨਾਂ ਨੂੰ ਦੁਬਾਰਾ ਇੱਥੋਂ ਉਜਾੜਿਆ ਜਾਵੇ ਔਰ ਕੁਝ ਲੋਕ ਭੈ ਦੇ ਕਾਰਨ ਉੱਜੜ ਕੇ ਵੀ ਗਏ। ਭਾਵੇਂ ਵਿਚਾਰੇ ਸੈਟਲ ਨਹੀਂ ਹੋਏ, ਕੁਝ ਲੋਕ ਜੇ ਕੋਈ ਇੱਕ ਅੱਧਾ ਹੋ ਗਿਆ ਹੋਵੇ ਮੈਂ ਕਹਿ ਨਹੀਂ ਸਕਦਾ, ਲੇਕਿਨ ਸਭ ਨੂੰ ਅਲਟੀਮੇਟਲੀ ਆਪਣੀਆਂ ਜਾਇਦਾਦਾਂ, ਆਪਣਾ ਫਾਈਨੈਂਸ਼ੀਅਲ ਸਟਰਕਚਰ ਢਾਓ ਢੇਰੀ ਕਰਕੇ ਗਵਾ ਕੇ ਵਾਪਸ ਆਉਣਾ ਪਿਆ। ਲੇਕਿਨ ਇਸ ਦੇ ਵਿੱਚ ਮੈਂ ਵਧਾਈ ਦਿੰਦਾ ਉਹਨਾਂ ਬਲੀਦਾਨੀਆਂ ਦੇ ਪਰਿਵਾਰਾਂ ਨੂੰ, ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੇ ਰਕਤ ਦਾ ਬਲੀਦਾਨ ਕਰਕੇ, ਆਪਣੀ ਜਾਨ ਵਾਰ ਕੇ ਇਸ ਸੂਬੇ ਦੀ ਰਾਖੀ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਔਰ ਜਿਹੜੀ ਅੱਤਵਾਦ ਤੇ ਵੱਖਵਾਦ ਦੇ ਵਿਰੁੱਧ ਵੌਇਸ ਸੀ, ਆਵਾਜ਼ ਸੀ, ਉਸ ਨੂੰ ਜ਼ਿੰਦਾ ਰੱਖਿਆ। ਮੇਰਾ ਅਗਲਾ ਪ੍ਰਸ਼ਨ ਹੈ ਤੁਹਾਡੇ ਰਾਜਨੀਤਿਕ ਕਰੀਅਰ ਨੂੰ ਲੈ ਕੇ। ਤੁਸੀਂ ਬਹੁਤ ਵੱਡੀ ਪਾਰਟੀ ਤੋਂ ਯਾਨੀ ਸ਼ਿਵ ਸੈਨਾ ਬਾਲ ਠਾਕਰੇ ਤੋਂ ਜਾਂ ਸ਼ਿਵ ਸੈਨਾ ਤੋਂ ਵਾਪਸ ਆਏ, ਤੁਸੀਂ ਬੀਜੇਪੀ ਜੁਆਇਨ ਕਰ ਲਈ। ਉਸ ਟਾਈਮ ਤਾਂ ਕੋਈ ਲਹਿਰ ਵੀ ਨਹੀਂ ਸੀ ਬੀਜੇਪੀ ਦੀ, ਸਿਰਫ ਅਡਵਾਨੀ ਜੀ ਔਰ ਅਟਲ ਜੀ ਹੋਇਆ ਕਰਦੇ ਸੀ। ਐਸੀ ਕਿਹੜੀਆਂ ਪਾਰਟੀ ਦੀਆਂ ਨੀਤੀਆਂ ਸੀ ਜਿਨ੍ਹਾਂ ਨੇ ਤੁਹਾਨੂੰ ਇੱਕ ਵਾਰਡ ਲੈਵਲ ਤੇ ਲੈ ਕੇ ਖੜਾ ਕਰ ਦਿੱਤਾ? ਕਿਉਂਕਿ ਮੈਨੂੰ ਯਾਦ ਹੈ ਅਸੀਂ ਤੁਹਾਨੂੰ ਕਵਰ ਕਰਦੇ ਸੀ ਉਸ ਟਾਈਮ, ਇੱਕ ਛੋਟਾ ਜਿਹਾ ਫੰਕਸ਼ਨ ਕਿਤੇ ਹੋਇਆ ਸੀ, ਉਹਦੇ ਵਿੱਚ ਤੁਸੀਂ ਬੜੀ ਬੁਲੰਦੀ ਦੇ ਨਾਲ ਆਵਾਜ਼ ਚੱਕੀ ਸੀ ਔਰ ਪਾਰਟੀ ਛੱਡ ਕੇ ਤੁਸੀਂ ਬੀਜੇਪੀ 'ਚ ਆ ਗਏ ਸੀਗੇ। ਤੁਹਾਨੂੰ ਲਿਆਉਣ ਵਾਲੇ ਵੀ ਅੱਜ ਕਿਤੇ ਨੇ ਔਰ ਅੱਜ ਤੁਸੀਂ ਆਪਣਾ ਸਟੇਟਸ ਵੀ ਦੇਖ ਰਹੇ ਹੋ, ਤੁਸੀਂ ਕਿਤੇ ਹੈਗੇ ਹੋ। ਭਾਰਤੀ ਜਨਤਾ ਪਾਰਟੀ ਪੰਜਾਬ ਔਰ ਭਾਰਤੀ ਜਨਤਾ ਪਾਰਟੀ ਸਪੈਸ਼ਲ ਲੁਧਿਆਣਾ ਦੀ ਕਾਰਜਸ਼ੈਲੀ ਸ਼ੁਰੂ ਤੋਂ ਹੀ ਲੈ ਕੇ ਅੱਜ ਤੱਕ ਵਿਵਾਦਾਂ 'ਚ ਰਹੀ ਹੈ। ਮੈਂ ਨਹੀਂ ਕਹੂੰਗਾ ਕਿ ਕੋਈ ਪ੍ਰਧਾਨ ਬਦਲੇ ਤਾਂ ਪ੍ਰਧਾਨਾਂ ਤੋਂ ਬਾਅਦ ਇਸ ਤਰ੍ਹਾਂ ਹੋਇਆ, ਲੇਕਿਨ ਜਦੋਂ ਤੁਸੀਂ ਪ੍ਰਧਾਨ ਸੀਗੇ ਉਦੋਂ ਕਾਰਜਸ਼ੈਲੀ ਬੜੀ ਵੱਖਰੀ ਸੀ। ਹਰ ਵਾਰਡ ਲੈਵਲ, ਹਰ ਬੂਥ ਸਤਰ ਦੇ ਉੱਪਰ ਕਾਰਜਕਰਤਾ ਮਜ਼ਬੂਤ ਸੀ ਔਰ ਅੱਜ ਦੇ ਸਮੇਂ ਦੇ ਵਿੱਚ ਕਾਰਜਕਰਤਾ ਮਜ਼ਬੂਤੀ ਦੀ ਸਥਿਤੀ 'ਚ ਤਾਂ ਹੈ, ਕਿਉਂਕਿ ਅਕਾਲੀ ਦਲ ਤੋਂ ਅਲੱਗ ਹੋ ਗਿਆ ਕਿ ਹਾਂ ਵੀ ਮੈਂ ਫਾਈਟ ਕਰਨੀ ਅਲੱਗ, ਲੇਕਿਨ ਫਿਰ ਵੀ ਉਹ ਮਜ਼ਾ ਹਜੇ ਪਾਰਟੀ ਨੂੰ ਪੰਜਾਬ 'ਚ ਨਹੀਂ ਆ ਰਿਹਾ। ਚਾਹੇ ਕਿਸਾਨ ਬਿੱਲਾਂ ਨੂੰ ਲੈ ਕੇ ਹੋ ਜੋ, ਹੁਣ ਤੱਕ ਪੰਜਾਬ ਬੀਜੇਪੀ ਸਮਝਾਈ ਨਹੀਂ ਪਾ ਰਹੀ ਕਿਸਾਨ ਨੂੰ ਲੈ ਕੇ, ਔਰ ਬਿਹਾਰ ਦੀ ਚੋਣਾਂ ਨੂੰ ਲੈ ਕੇ ਅੱਜ ਲੱਗਦਾ ਹੈ ਕਿ ਬਿਹਾਰ 'ਚ ਕਿਸਾਨ ਹੀ ਹੈ ਨਹੀਂਗਾ। ਹੁਣ ਇਹ ਦੋਨੋਂ ਤੱਥ ਕਿੱਥੇ ਤੱਕ ਜਾਂਦੇ ਨੇ? ਦੇਖੋ, ਪਹਿਲਾਂ ਤੁਸੀਂ ਸਵਾਲ ਕੀਤਾ ਕਿ ਤੁਸੀਂ ਏਡੀ ਵੱਡੀ ਪਾਰਟੀ ਛੱਡ ਕੇ, ਨਿਸੰਦੇਹ ਜੇ ਕੁਰਬਾਨੀਆਂ ਦੇ ਦ੍ਰਿਸ਼ਟੀਕੋਣ ਨਾਲ ਦੇਖੀਏ ਤੇ ਸ਼ਿਵ ਸੈਨਾ ਦੇ ਲੋਕਾਂ ਨੇ ਬਹੁਤ ਬਲੀਦਾਨ ਕੀਤੇ। ਮੈਨੂੰ ਯਾਦ ਹੈ 1988 ਦੇ ਵਿੱਚ ਮਰਜਰ ਹੋਇਆ ਇਸ ਖਿੱਤੇ ਦੀ ਹਿੰਦੂ ਸ਼ਿਵ ਸੈਨਾ ਨਾਮਕ ਸੰਗਠਨ ਦਾ ਮੁੰਬਈ ਦੇ ਵਿੱਚ ਚੱਲ ਰਹੇ ਬਾਲਾ ਸਾਹਿਬ ਠਾਕਰੇ ਦੇ ਸੰਗਠਨ ਦੇ ਨਾਲ। ਛੱਡਣ ਦੇ ਕਾਰਨ ਜਾਂ ਪਕੜੇ ਰੱਖਣ ਦੇ ਕਾਰਨ ਬੜੇ ਸਪਸ਼ਟ ਸੀਗੇ ਕਿ ਅਸੀਂ, ਸਾਡੇ ਵਰਗੇ ਕਾਰਜਕਰਤਾਵਾਂ ਦਾ ਜਨਮ ਜਿਹੜਾ ਉਹ ਅੱਤਵਾਦ ਦੇ ਵਿਰੁੱਧ ਹੋਇਆ, ਅੱਤਵਾਦ ਨਾਲ ਲੜਾਈ ਲੜਨ ਲਈ ਹੋਇਆ, ਵੱਖਵਾਦ ਨਾਲ ਲੜਾਈ ਲੜਨ ਲਈ ਹੋਇਆ। ਉਸ ਤੋਂ ਬਾਅਦ ਉਸ ਵੇਲੇ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਬਾਲਾ ਸਾਹਿਬ ਠਾਕਰੇ ਪੰਜਾਬ ਦੇ ਹਿੰਦੂ ਦੀ ਆਵਾਜ਼ ਚੱਕ ਕੇ, ਪੰਜਾਬ ਦੇ ਹਿੰਦੂ ਦੀ ਵੌਇਸ ਨੂੰ ਬੁਲੰਦ ਕਰਕੇ ਇਸ ਖਿੱਤੇ 'ਚ ਰਹਿੰਦੇ ਹਿੰਦੂਆਂ ਦੇ ਲਈ ਕੁਝ ਕਰਨਗੇ। ਪਰ ਕਿਉਂਕਿ ਮੈਂ ਬੜਾ ਨੇੜਿਓਂ ਭੁਗਤ ਭੋਗੀ ਰਿਹਾ, ਮੈਂ ਬਾਲਾ ਸਾਹਿਬ ਠਾਕਰੇ ਨੂੰ ਵੀ 1 to 1 ਮਿਲਿਆ ਬਹੁਤ ਵਾਰ ਉਹਨਾਂ ਦੇ ਜੀਵਨ ਕਾਲ ਦੇ ਵਿੱਚ, ਲੇਕਿਨ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹੈਜੀਟੇਸ਼ਨ ਨਹੀਂ ਕਿ ਪੰਜਾਬੀ ਹਿੰਦੂ ਦੇ ਜ਼ਖਮ 'ਤੇ ਮਰਹਮ ਕਿਸੇ ਨੇ ਨਹੀਂ ਲਾਇਆ, ਮਿਰਚਾਂ ਜ਼ਰੂਰ ਲਾਈਆਂ। ਸਾਡੀਆਂ ਲਾਸ਼ਾਂ ਦੇ ਉੱਤੇ, ਸਾਡੀਆਂ ਕੁਰਬਾਨੀਆਂ ਦੇ ਉੱਤੇ ਆਪਣੇ ਆਪ ਨੂੰ ਹਿੰਦੂਆਂ ਦਾ ਸਿਰਮੌਰ ਦੱਸਣ ਵਾਲੀਆਂ ਪਾਰਟੀਆਂ ਵੀ ਉਹ ਕੰਮ ਦੇ ਵਿੱਚ ਸੰਲਗਨ ਹੋ ਗਈਆਂ
5-7 ਸਾਲ 8 ਸਾਲ ਅਸੀਂ ਬਹੁਤ ਇੰਤਜ਼ਾਰ ਕੀਤਾ, ਕੋਸ਼ਿਸ਼ ਕੀਤੀ ਕਿ ਜਿਹੜਾ ਇਹ ਪੰਜਾਬ ਦੇ ਹਿੰਦੂ ਦੀ ਗੱਲ ਕਰਨ, ਜਿਹੜੇ ਸਾਡੇ ਸ਼ਹੀਦ ਹੁੰਦੇ ਨੇ, ਮੈਂ ਗੱਲ ਕਹਿਣ ਬੜੇ ਦੁੱਖ ਨਾਲ ਕਹਿ ਰਿਹਾ ਔਰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ। ਮੈਂ ਬਾਲਾ ਸਾਹਿਬ ਠਾਕਰੇ ਦੇ ਸੰਗਠਨ ਨੂੰ ਪੁੱਛਣਾ ਚਾਹੁੰਦਾ, ਉਹਨਾਂ ਨੇ ਦੁਕਾਨਾਂ ਤਾਂ ਖੁਲਾਤੀਆਂ ਵੱਖ-ਵੱਖ, ਯੂਪੀ 'ਚ ਵੀ, ਬਿਹਾਰ 'ਚ ਵੀ, ਪੰਜਾਬ 'ਚ ਵੀ, ਲੇਕਿਨ ਪੰਜਾਬ ਦਾ ਜਦੋਂ ਉਹਨਾਂ ਦਾ ਆਪਣਾ ਕਾਰਜਕਰਤਾ ਮਰ ਰਿਹਾ ਸੀ, ਸ਼ਹੀਦ ਹੋ ਰਿਹਾ ਸੀ, ਮੈਨੂੰ ਬਾਲ ਠਾਕਰੇ ਸਾਹਿਬ ਦਾ ਕੋਈ ਵੀ ਪੈਰੋਕਾਰ ਮੁੰਬਈ ਮਹਾਰਾਸ਼ਟਰ ਵਾਲੀ ਸ਼ਿਵ ਸੈਨਾ ਦਾ, ਉਹ ਇਹ ਦੱਸੇ ਕਿ ਕਿਸੇ ਨੇ ਕਿਸੇ ਦੀ ਸ਼ਹਾਦਤ ਹੋਣ ਤੋਂ ਬਾਅਦ ਉਹਦੇ ਘਰੇ ਅਫਸੋਸ ਕਰਨ ਗਏ। ਅਫਸੋਸ ਕਰਨਾ ਤਾਂ ਬੜੇ ਦੂਰ ਦੀ ਗੱਲ, 2 ਸ਼ਬਦ ਕੰਡੋਲੈਂਸ ਤੇ ਪਾਏ, ਬਲਕਿ ਜਦੋਂ ਟਾਈਮ ਆਇਆ ਤੇ ਉਸ ਵੇਲੇ ਇਹਨਾਂ ਦੇ 2 ਮੈਂਬਰ ਪਾਰਲੀਮੈਂਟਸ ਨੇ, ਇੱਕ ਮਿਨਿਸਟਰ ਸੀਗਾ ਉਸ ਵੇਲੇ, ਮੈਂਬਰ ਪਾਰਲੀਮੈਂਟ ਤਾਂ ਜ਼ਿਆਦਾ ਆਏ ਲੇਕਿਨ 2 ਬੰਦੇ ਜਿਹੜੇ ਮੇਨ, ਜਿਹੜਾ ਅੱਜ ਕਾਂਗਰਸ ਦੇ ਵਿੱਚ ਸੰਜੇ ਨਿਰੂਪਮ ਹੈ ਔਰ ਆਨੰਦ ਗੀਤੇ, ਇਹਨਾਂ ਨੇ ਲੋਕ ਸਭਾ ਦੇ ਪਟਲ 'ਤੇ ਕਿਹਾ ਕਿ ਭਿੰਡਰਾਂਵਾਲਾ ਇੱਕ ਸੰਤ ਸੀ, ਹੀ ਇਜ਼ ਏ ਸੈਂਟ। ਮੈਂ ਸਮਝਦਾ ਕਿ ਪੋਲੀਟੀਕਲ ਲਾਹਾ ਲੈਣ ਦੇ ਲਈ ਆਪਣੇ ਕਾਰਜਕਰਤਾਵਾਂ ਦੀ ਕੁਰਬਾਨੀ ਜਿਹੜਾ ਵੀ ਸੰਗਠਨ ਭੁੱਲਦਾ, ਉਹ ਸੰਗਠਨ ਬਹੁਤਾ ਲੰਬਾ ਨਹੀਂ ਚੱਲ ਸਕਦਾ। ਅੱਜ ਸ਼ਿਵ ਸੈਨਾ ਤੁਸੀਂ ਦੇਖ ਰਹੇ ਹੋ ਕਿ ਸਾਰੀਆਂ ਆਪਣੇ ਜਿਹੜੇ ਉਹਨਾਂ ਦੇ ਪੁਰਾਣੇ ਇੱਕ ਇਤਿਹਾਸ ਸੀ ਉਸ ਨੂੰ ਭੁੱਲ ਕੇ ਆਪਣੇ ਬਜ਼ੁਰਗਾਂ ਦੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ, ਮਹਾਰਾਸ਼ਟਰ ਦੇ ਵਿੱਚ ਸਰਕਾਰ ਤਾਂ ਹੈ, ਸ਼ਿਵ ਸੈਨਾ ਦਾ ਨਾਮ ਬੜਾ ਮਜ਼ਬੂਤ ਰਿਹਾ, ਲੇਕਿਨ ਸ਼ਿਵ ਸੈਨਾ ਨੂੰ ਮਜਬੂਰ ਨਾਮ ਕਹਿਣ ਨੂੰ ਮਜਬੂਰ ਕਰਤਾ ਸੱਤਾ ਪ੍ਰਾਪਤੀ ਦੇ ਲਈ। ਔਰ ਦੂਸਰੇ ਪਾਸੇ ਜਿਹੜੀ ਤੁਸੀਂ ਇੱਕ ਸਵਾਲ ਕੀਤਾ ਕਿ ਆ ਜਿਹੜੀਆਂ ਸ਼ਿਵ ਸੈਨਾਵਾਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ, ਦੇਖੋ ਮੈਨੂੰ ਇੱਕ ਗੱਲ ਕਹਿਣ 'ਚ ਕੋਈ ਹੈਜ਼ੀਟੇਸ਼ਨ ਨਹੀਂ, ਕੁਝ ਲੋਕ ਇਹਨਾਂ ਦੇ ਵਿੱਚ ਜਿਹੜੇ ਪੁਰਾਣੇ ਸਾਡੇ ਦੌਰ ਦੇ ਵਿੱਚ ਚੱਲੇ ਸੀਗੇ, ਉਹ ਰਾਜਨੀਤਿਕ ਤੌਰ 'ਤੇ ਉਹਨਾਂ ਨੂੰ ਕਿਸੇ ਨੇ ਸੰਭਾਲਿਆ ਨਹੀਂ, ਆਈਸੋਲੇਟ ਵੀ ਹੋਏ, ਉਹ ਫਰਸਟ੍ਰੇਸ਼ਨ 'ਚ ਵੀ ਆਏ, ਉਹ ਮਜਬੂਰੀ ਨੂੰ ਲੈ ਕੇ ਵੀ ਆਪਣਾ ਨਾਮ ਬਣਾਏ ਰੱਖਣਾ, ਉਸੇ ਨਾਮ ਨੂੰ ਲੈ ਕੇ ਚੱਲੀ ਗਏ ਕਿ ਹਾਊ ਟੂ ਮੇਨਟੇਨ ਯੂਅਰ ਨੇਮ ਐਂਡ ਫੇਮ, ਉਹ ਨਾਮ ਨੂੰ ਲੈ ਕੇ ਚੱਲੇ। ਲੇਕਿਨ ਉਹ ਵਿਚਾਰਿਆਂ ਦੇ ਨਾਲ ਨਾਲ ਜਦੋਂ ਇਹ ਦੇਖਿਆ ਸ਼ਿਵ ਸੈਨਾ ਦੇ ਵਿੱਚ ਬੈਡ ਐਲੀਮੈਂਟਸ ਨੇ ਘਰ ਕਰ ਲਿਆ, ਉਹਦੇ ਵਿੱਚ ਕਾਂਗਰਸ ਦੀ ਸਰਕਾਰ ਔਰ ਬਿਊਰੋਕ੍ਰੇਸੀ ਨੂੰ ਕਹਿਣ 'ਚ ਕੋਈ ਹੈਜ਼ੀਟੇਸ਼ਨ ਨਹੀਂ, ਇਹ ਬਹੁਤ ਵੱਡੀ ਜ਼ਿੰਮੇਵਾਰੀ ਲਈ ਇਹਨਾਂ ਦੀ ਹੈ ਕਿ ਇਹਨਾਂ ਨੇ ਇਹ ਸਾਰਿਆਂ ਨੂੰ, ਕੁਝ ਲੋਕਾਂ ਨੂੰ ਮੈਂ ਕਹਾਂ ਕਿ ਗਨਮੈਨ ਵਗੈਰਾ ਦੇ ਕੇ ਲੋਕਾਂ ਨੂੰ, ਆਮ ਲੋਕਾਂ ਨੂੰ ਲੁੱਟਣ ਲਾਤਾ, ਕੁਝ ਲੋਕਾਂ ਨੂੰ ਇਹਨਾਂ ਨੇ ਆਪਣਾ ਸਿਆਸੀ ਮਫਾਦ ਲਈ ਕਿ ਹਿੰਦੂ ਜਥੇਬੰਦੀਆਂ ਸਾਡੇ ਨਾਲ ਨੇ, ਸਰਕਾਰੀ ਗਨਮੈਨ, ਸਰਕਾਰੀ ਤੰਤਰ ਦੇ ਕੇ ਬਿਊਰੋਕ੍ਰੇਸੀ ਨੇ ਆਪਣੇ ਗਲੋਂ ਇਨਵੈਸਟੀਗੇਸ਼ਨਸ ਦੀਆਂ ਜਿਹੜੀਆਂ ਉਹਨਾਂ ਦੀ ਇੱਕ ਪ੍ਰੋਫੈਸ਼ਨਲ ਇਨਵੈਸਟੀਗੇਸ਼ਨਸ ਹੋਣੀ ਚਾਹੀਦੀ ਸੀ ਅੱਤਵਾਦ ਵੱਖਵਾਦ ਦੇ ਵਿਰੁੱਧ, ਉਹਨਾਂ ਤੋਂ ਧਿਆਨ ਭਟਕਾਉਣ ਲਈ ਕਿ ਆਹ ਬੰਦੇ ਨੂੰ ਵੀ ਖਤਰਾ ਜੀ, ਆਹ ਬੰਦੇ ਨੂੰ ਵੀ ਖਤਰਾ, ਇਹਨੂੰ ਸਿਕਿਉਰਿਟੀ ਦੇ ਦਿਓ, ਸਾਡੇ ਅਸੀਂ ਆਹ ਕਨਫਰਮ ਕਰ ਲਿਆ ਜੀ, ਅਸੀਂ ਆਹ ਸੂਚਨਾਵਾਂ ਇਕੱਤਰ ਕੀਤੀਆਂ, ਆਹ ਲੋਕਾਂ ਨੂੰ ਮਾਰਿਆ ਜਾ ਸਕਦਾ, ਆਹ ਲੋਕਾਂ ਨੂੰ ਬਚਾਇਆ। ਉਹਨਾਂ 'ਚ ਕੁਝ ਸੱਚੀਆਂ ਵੀ ਨੇ, ਕੋਈ ਸ਼ੱਕ ਨਹੀਂ, ਲੇਕਿਨ ਪੰਜਾਬ ਦੇ ਮਾਮਲੇ ਦੇ ਵਿੱਚ ਨਾ ਤਾਂ ਕਿਸੇ ਨੇ ਇਸ ਗੱਲ ਦਾ ਸੰਗਿਆਨ ਲਿਆ, ਔਰ ਜਿਹੜੀ ਸ਼ਿਵ ਸੈਨਾ ਨਾਂ ਦਾ ਸੰਗਠਨ ਸੀ ਉਹ ਖੇਰੂ ਜਦੋਂ ਹੋਇਆ, ਉਹ 'ਚੋਂ ਕਈ ਦੁਕਾਨਾਂ ਖੁੱਲ੍ਹ ਗਈਆਂ, ਇਹਨੂੰ ਕਹਿਣ 'ਚ ਕੋਈ ਹੈਜ਼ੀਟੇਸ਼ਨ। ਉਹਨਾਂ ਦੁਕਾਨਾਂ ਦੇ ਵਿੱਚ ਕੁਝ ਲੋਕ ਪੁਰਾਣੇ ਵੀ ਨੇ, ਮੈਂ ਫਿਰ ਕਹਿ ਰਿਹਾ, ਕੁਝ ਅੱਜ ਵੀ ਸੰਜੀਦਾ ਨੇ, ਲੇਕਿਨ ਜ਼ਿਆਦਾਤਰ ਮੈਜੋਰਟੀ ਆਫ ਪੀਪਲ ਉਹ ਜਿਹੜੇ ਨੇ ਉਹਨਾਂ ਨੇ ਕੰਮ ਇਹ ਫੜ ਲਿਆ ਕਿ ਲੋਕਾਂ ਨੂੰ ਬਲੈਕਮੇਲ ਕਰੋ, ਗਨਮੈਨ ਫੜੋ, ਔਰ ਉਹ ਜਿਹੜਾ ਕੰਮ ਚੱਲਦਾ ਰਿਹਾ ਉਹਦੇ ਕਾਰਨ ਇਹ ਲੋਕ, ਕੁਝ ਘਟਨਾਵਾਂ ਐਸੀਆਂ ਵੀ ਵਾਪਰੀਆਂ
ਇਹਨਾਂ ਤੇ ਐਲੀਗੇਸ਼ਨ ਲੱਗੇ ਕਿ ਆਪਣੇ ਆਪ ਤੇ ਹਮਲੇ ਕਰਾਏ, ਕੁਝ ਵੀ ਕੀਤਾ। ਇਹ ਸਾਰੇ ਲੋਕਾਂ ਦਾ ਮੰਤਵ ਇੱਕੋ ਰਹਿ ਗਿਆ ਕਿ ਅਸੀਂ ਕਿੱਦਾਂ ਆਪਣੇ ਆਪ ਨੂੰ ਲਾਈਮਲਾਈਟ 'ਚ ਰੱਖਣਾ। ਸੋ ਇਹ ਬੜੇ ਦੁੱਖ ਦੀ ਗੱਲ ਹੈ, ਤਰਾਸਦੀ ਦੀ ਗੱਲ ਹੈ। ਔਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਉਹ ਸ਼ਹੀਦ ਤਾਂ ਸ਼ਹੀਦ ਹੋ ਗਏ, ਕਿਸ਼ਨ ਮਹਾਜਨ ਜੀ ਵਰਗੇ, ਪ੍ਰੋਫੈਸਰ ਰਮਾਕਾਂਤ ਜਲੋਟਾ, ਤੇਜਪਾਲ ਸਾਥੀ, ਆਪਣੇ ਮਿੱਤਲ ਜੀ ਕੋਟਕਪੂਰਾ ਤੋਂ, ਇਸ ਤਰ੍ਹਾਂ ਦੇ ਕੁਲਦੀਪ ਸ਼ਰਮਾ ਫਲੌਰ ਤੋਂ, ਜੀਤ ਮੋਹਨ ਪਾਸੀ ਫਲੌਰ ਤੋਂ, ਇਸ ਤਰ੍ਹਾਂ ਦੇ ਅਸੰਖਿਆ ਸ਼ਹੀਦ ਹੋਏ। ਉਹਨਾਂ ਸ਼ਹੀਦਾਂ ਦਾ ਅਪਮਾਨ ਕਰਨ ਤੋਂ ਸਿਵਾਏ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ। ਮੈਂ ਇਸ ਨੂੰ ਅਪਮਾਨ ਮੰਨਦਾ। ਔਰ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀਗੇ ਕਿ ਮੈਂ ਕਿਉਂ ਆਇਆ, ਉਹ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ, ਮੈਂ ਤੁਹਾਨੂੰ ਸ਼ਿਵ ਸੈਨਾ ਦੀ ਮਹਾਰਾਸ਼ਟਰ ਦੀ ਗੱਲ ਦੱਸੀ। ਸਾਡੇ ਲੋਕਾਂ ਦਾ ਜਨਮ ਹੋਇਆ ਕਿ ਅੱਤਵਾਦ ਦੇ ਵਿਰੁੱਧ ਅਸੀਂ ਕੰਮ ਕਰਨਾ, ਦੇਸ਼ ਦੀ ਇੰਟੈਗਰਿਟੀ ਨੂੰ ਬਣਾਏ ਰੱਖਣਾ, ਜਿਹੜੀ ਆਈਡੀਓਲੋਜੀ ਖਾਲਿਸਤਾਨ ਦੀ ਆ ਰਹੀ ਸੀ ਉਸ ਦਾ ਵਿਰੋਧ ਕਰਨਾ। ਜਦੋਂ ਰਾਸ਼ਟਰਪਤੀ ਚੁਣਾਵ ਦੇ ਵਿੱਚ ਸ਼੍ਰੀਮਤੀ ਪ੍ਰਤਿਭਾ ਪਾਟਿਲ ਕਾਂਗਰਸ ਦੇ ਵੱਲੋਂ ਕੈਂਡੀਡੇਟ ਉਤਾਰੇ ਗਏ ਤੇ ਸ਼੍ਰੀ ਭੈਰੋ ਸਿੰਘ ਸ਼ੇਖਾਵਤ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਰਾਸ਼ਟਰਪਤੀ ਪਦ ਦੇ ਪ੍ਰਤਿਆਸ਼ੀ ਘੋਸ਼ਿਤ ਕੀਤੇ ਗਏ। ਉਸ ਵੇਲੇ ਐਨਡੀਏ ਦਾ ਪਾਰਟ ਐਂਡ ਪੋਰਸ਼ਨ ਹੋਣ ਦੇ ਬਾਵਜੂਦ ਸ਼ਿਵ ਸੈਨਾ ਨੇ ਧਰੋਹ ਕਮਾਇਆ ਔਰ ਉਹਨਾਂ ਨੇ ਭੈਰੋ ਸਿੰਘ ਸ਼ੇਖਾਵਤ ਦੇ ਖਿਲਾਫ ਵੋਟ ਕੀਤਾ। ਉਸ ਦਾ ਕਾਰਨ ਅਸੀਂ ਜਦੋਂ ਪੁੱਛਿਆ, ਮੈਂ ਖੁਦ ਇਸ ਗੱਲ ਦਾ ਉਸ ਤਾਰੀਖ ਦਾ ਗਵਾਹ ਹਾਂ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਕਹੋ। ਉਸ ਵੇਲੇ ਦੀ ਜਿਹੜੀ ਰਾਜਨੀਤਿਕ ਸੰਰਚਨਾ ਸੀ ਕਿ ਬੀਜੇਪੀ ਦਾ ਕੰਮ ਠੀਕ ਨਹੀਂ ਹੈ ਜੀ, ਅਸੀਂ ਉਸ ਕਰਕੇ ਵਿਰੋਧ ਕਰਕੇ ਹੋਏ ਅਸੀਂ ਕਾਂਗਰਸ ਦੇ ਕੈਂਡੀਡੇਟ ਨੂੰ ਸਮਰਥਨ ਕਰ ਰਹੇ। ਜਾਂ ਜੇ ਤੁਸੀਂ ਕੋਈ ਬਹਾਨਾ ਲੱਭਣਾ, ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪਦ ਦੀ ਪ੍ਰਤਿਆਸ਼ੀ ਹੈ, ਅਸੀਂ ਮਹਿਲਾਵਾਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਦੇ ਹੋਏ ਅਸੀਂ ਉਹਨਾਂ ਨੂੰ ਮਾਣ ਦੇ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਵੋਟ ਕਰ ਰਹੇ। ਲੇਕਿਨ ਇਹ ਕਹਿਣਾ ਜੋ ਇਹਨਾਂ ਕਿਹਾ कि वो मराठी मानुष है, इसलिए हम उसको वोट कर रहे हैं। तो जे आइडियोलॉजी की गल करा तो मैनू तो डिफरेंस लभ्या नहीं। वट इज़ द डिफरेंस बिटवीन द आइडियोलॉजी ऑफ खालिस्तान एंड मराठावाद? बोथ आर दी सेम थिंग। ये चाहते हो खेतर जिथे सिखां दा बोलबाला होवे, आनंदपुरी मते दी आर्टिकल जिहड़े मद 3 दे विच ਉਹ ਕਹਿੰਦੇ ਉਹ ਖੇਤਰ ਜਿੱਥੇ ਮਰਾਠਿਆਂ ਦਾ ਬੋਲਬਾਲਾ ਹੋਵੇ। ਤੇ ਆਈਡੀਓਲੋਜੀ ਦਾ ਡਿਫਰੈਂਸ ਕੀ ਹੈ? ਇਹ ਬੇਸਿਕ ਚੀਜ਼ਾਂ ਸੀਗੀਆਂ ਜਿਹੜੀਆਂ ਮੇਰੇ ਵਰਗੇ ਥੋੜ੍ਹੇ ਜਿਹੇ ਸੈਂਸੀਬਲ ਬੰਦੇ ਨੂੰ ਮਜਬੂਰ ਹੋਣਾ ਪਿਆ। ਮੈਂ ਅੱਜ ਵੀ ਗੱਲ ਕਹਿਣ ਦੇ ਵਿੱਚ ਮੈਨੂੰ ਕੋਈ ਹੈਜੀਟੇਸ਼ਨ ਨਹੀਂ ਹੈ ਕਿ ਅੱਤਵਾਦ ਦੇ ਸਮੇਂ ਵੀ ਵਿੱਚ ਕੋਈ ਬਾਕੀ ਸਿਆਸੀ ਪਾਰਟੀਆਂ ਦਾ ਰੋਲ ਵਧੀਆ ਨਹੀਂ ਰਿਹਾ। ਭਾਵੇਂ ਜਿਹੜੀ ਅੱਜ ਜਿਸ ਜਮਾਤ ਦੇ ਵਿੱਚ ਮੈਂ ਹਾਂ ਉਸ ਜਮਾਤ ਦਾ ਵੀ ਰੋਲ ਕੋਈ ਮੈਂ ਬਹੁਤਾ ਐਪਰੀਸ਼ੀਏਟੇਬਲ ਨਹੀਂ ਕਰਦਾ, ਲੇਕਿਨ ਉਹਨਾਂ ਨੇ ਜਿੰਨਾ ਕੁ ਵਿਰੋਧ ਹੋ ਸਕਿਆ ਕੀਤਾ, ਆਪਣੇ ਲੋਕਾਂ ਦੀਆਂ ਕੁਰਬਾਨੀਆਂ ਵੀ ਦਿੱਤੀਆਂ। ਲੇਕਿਨ ਨੀਤੀਗਤ ਫੈਸਲੇ ਲੈਣ ਲੱਗੋ ਕਿਤੇ ਨਾ ਕਿਤੇ ਬਲੰਡਰਸ ਹੋਏ। ਸੋ ਇਹ ਗੱਲਾਂ ਅਸੀਂ ਪੰਜਾਬ ਦੇ ਭਾਈਚਾਰੇ ਦੇ ਨਾਮ ਤੇ, ਪੰਜਾਬ ਦੇ ਨਾਮ ਤੇ ਆਪਣੇ ਸਿਧਾਂਤ ਕੁਰਬਾਨ ਕਰਤੇ। ਅੱਜ ਜੇ ਗੱਲ ਕਰੀਏ ਪੰਜਾਬ ਦਾ, ਭਾਵੇਂ ਰੂਰਲ ਏਰੀਏ ਦੇ ਵਿੱਚ ਹਿੰਦੂ ਜਿਹੜਾ ਇਹਨਾਂ ਨੇ ਭਜਾ ਕੇ ਬਾਹਰ ਕੱਢਤਾ, ਅਰਬਨ ਏਰੀਏ ਦੇ ਹਿੰਦੂ ਦੀ ਕੋਈ ਗੱਲ ਚੁੱਕਣ ਵਾਲਾ ਨਹੀਂ। ਔਰ ਉਹਦਾ ਕਾਰਨ ਇਹ ਬਣ ਗਿਆ ਕਿ ਹੁਣ ਅਰਬਨ ਏਰੀਆਜ਼ ਦੇ ਵਿੱਚ ਜਿਹੜਾ ਅੱਜ ਦਾ ਨੌਜਵਾਨ ਹੈ ਉਹਨੂੰ ਦੇਸ਼ ਪ੍ਰੇਮ, ਸੂਬਾ ਪ੍ਰੇਮ, ਪਾਰਟੀ ਪ੍ਰੇਮ, ਮਨੁੱਖਤਾ ਪ੍ਰੇਮ, ਇਹ ਸਾਰੀਆਂ ਗੱਲਾਂ ਤੋਂ ਪਰੇ ਹੈ। ਉਹਨੂੰ ਪਤਾ ਹਾਊ ਟੂ come in front of any political party and make a money। ਇਹ ਬਦਕਿਸਮਤੀ ਬਣ ਗਈ। ਔਰ ਅੱਜ ਜਿੱਧਰ ਨੂੰ ਅਸੀਂ ਸਾਡਾ ਯੂਥ ਤੁਰਿਆ, ਇਕੱਲਾ ਹਿੰਦੂਆਂ ਦੀ ਗੱਲ ਨਹੀਂ, ਜੇ ਸਿੱਖ ਸਿਆਸਤ ਦੀ ਗੱਲ ਕਰੀਏ ਤੇ ਉਹ ਬੱਚੇ ਜਿਹੜੇ ਵਿਚਾਰੇ 1995 ਤੋਂ ਬਾਅਦ ਪੈਦਾ ਹੋਏ ਜਾਂ 90 ਤੋਂ ਬਾਅਦ 92 ਤੋਂ ਬਾਅਦ ਪੈਦਾ ਹੋਏ, ਉਹਨਾਂ ਨੂੰ ਅੱਜ ਪਾਠ ਪੜ੍ਹਾਏ ਜਾ ਰਹੇ, ਉਹਨਾਂ ਨੂੰ ਇਸ ਤਰ੍ਹਾਂ ਦੇ ਮਟੀਰੀਅਲ YouTube ਤੇ ਪਰੋਸਿਆ ਜਾ ਰਿਹਾ ਹੈ।
ਉਹਨਾਂ ਦੇ ਮਨਾਂ ਦੇ ਵਿੱਚ ਇੰਨਾ ਨਫ਼ਰਤ ਔਰ ਜ਼ਹਿਰ ਭਰੀ ਜਾ ਰਹੀ ਹੈ ਜਿਸ 'ਤੇ ਬਹੁਤ ਸੰਜੀਦਗੀ ਨਾਲ ਧਿਆਨ ਦੇਣ ਦੀ ਲੋੜ ਹੈ। ਲੇਕਿਨ ਅਸੀਂ ਪੋਲੀਟੀਕਲ ਮੁਫਾਦ ਲਈ ਚੁੱਪ ਹਾਂ। ਬੱਚਿਆਂ ਨੂੰ ਪਤਾ ਹੀ ਨਹੀਂ ਕਿ ਸਾਡੀ ਆਪਸੀ ਸਾਂਝ ਕੀ ਸੀ, ਸਾਡਾ ਆਪਸੀ ਮਿਲਵਰਤਨ ਕੀ ਸੀ। ਕਦੀ ਸਹਿਜਧਾਰੀ ਵਰਗ ਨੇ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਖ ਨਹੀਂ ਸਮਝਿਆ। ਕਦੀ ਸਹਿਜਧਾਰੀ ਵਰਗ ਨੇ ਆਪਣੇ ਆਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਹੋਣ 'ਤੇ ਇਹ ਮਹਿਸੂਸ ਨਹੀਂ ਕੀਤਾ ਕਿ ਅਸੀਂ ਵੱਖਰੇ ਧਰਮ 'ਚ ਹਾਂ। ਉਹਨਾਂ ਨੇ ਗੁਰੂ ਨਾਨਕ ਨੂੰ ਆਪਣਾ ਮੰਨਿਆ। ਨਾਨਕ ਦੇ ਫਲਸਫੇ ਨੂੰ ਜੇ ਕਿਸੇ ਨੇ ਜ਼ਿਆਦਾ ਮੰਨਿਆ ਬਾਬਾ ਨਾਨਕ ਜੀ ਨੂੰ, ਤੇ ਮੈਂ ਸਮਝਦਾ ਸੂਬੇ ਦਾ ਸਹਿਜਧਾਰੀ ਹਿੰਦੂ ਹੈ, ਸਿੰਧ ਦਾ ਸਹਿਜਧਾਰੀ ਹਿੰਦੂ ਹੈ। ਤੇ ਇਸ ਕਰਕੇ ਅੱਜ ਦੇ ਜੋ ਅਸੀਂ ਨੌਜਵਾਨ ਪੀੜ੍ਹੀ ਨੂੰ ਪੜ੍ਹਾ ਰਹੇ ਹਾਂ ਉਹ ਕਿਤੇ ਨਾ ਕਿਤੇ ਇਸ ਰਾਸ਼ਟਰ ਦੇ ਲਈ ਘਾਤਕ ਹੈ, ਇਸ ਸੂਬੇ ਦੇ ਲਈ ਘਾਤਕ ਹੈ, ਪੰਜਾਬ ਦੀ ਜਵਾਨੀ ਲਈ ਘਾਤਕ ਹੈ, ਪੰਜਾਬ ਦੀ ਮਿਨੋਰਟੀ ਲਈ ਘਾਤਕ ਹੈ। ਇਹਦੇ 'ਤੇ ਸਾਨੂੰ ਜ਼ਰੂਰ ਸੋਚ ਵਿਚਾਰ ਕੇ ਰਾਜਨੀਤਿਕ ਇੰਟਰਸਟ ਨੂੰ ਛੱਡਦਿਆਂ ਹੋਇਆਂ ਰਾਜਨੀਤਿਕ ਜਮਾਤਾਂ ਨੂੰ ਅੱਗੇ ਆ ਕੇ ਉਹਨਾਂ ਦੇ ਬੁੱਧੀਜੀਵੀ ਵਰਗ ਨੂੰ ਇਹ ਸਮਝਣਾ ਔਰ ਸਮਝਾਉਣਾ ਪਏਗਾ ਕਿ ਸੱਚਾਈ ਕੀ ਹੈ, ਹਕੀਕਤ ਕੀ ਹੈ। ਝੂਠ ਪਰੋਸਿਆਂ ਅਸੀਂ ਆਪਣੀ ਜਵਾਨੀ ਨੂੰ ਬਰਬਾਦ ਕਰ ਬੈਠਾਂਗੇ। ਸੋ ਇਹ ਕੁਝ ਕਾਰਨ ਸੀਗੇ ਜਿਨ੍ਹਾਂ ਦੇ ਕਾਰਨ ਮੈਂ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੀ ਪ੍ਰਧਾਨਗੀ ਤੋਂ ਰਿਜ਼ਾਈਨ ਕੀਤਾ। ਔਰ ਮੈਂ ਫਖਰ ਨਾਲ ਕਹਿਣਾ ਕਿ ਮੇਰੇ ਰਿਜ਼ਾਈਨ ਕਰਨ ਤੋਂ ਬਾਅਦ ਕਾਫੀ ਲੰਬਾ ਸਮਾਂ ਪਾਰਟੀ ਨੇ ਪ੍ਰਧਾਨ ਨੇ ਬਣਾਇਆ ਔਰ ਮੈਨੂੰ ਕਿਹਾ ਦੁਬਾਰਾ ਆ ਜਾਓ। ਅਸੀਂ ਨਹੀਂ ਗਏ ਕਿਉਂਕਿ ਇੱਕ ਵਾਰ ਜਿਹੜੀ ਆਈਡੀਓਲੋਜੀ ਦਾ ਡਿਫਰੈਂਸ ਆ ਜਾਏ ਇੱਥੇ ਉੱਥੇ ਹੋਣਾ ਚਾਹੀਦਾ। ਲੇਕਿਨ ਪੰਜਾਬ ਦੇ ਜਿਹੜੇ ਸ਼ਿਵ ਸੈਨਿਕਾਂ ਦੀਆਂ ਕੁਰਬਾਨੀਆਂ 1982 ਤੋਂ ਲੈ ਕੇ 95 ਤੱਕ ਰਹੀਆਂ, ਉਹਨਾਂ ਦੇ ਪ੍ਰਤੀ ਅੱਜ ਵੀ ਨਤਮਸਤਕ ਹਾਂ। ਅੱਜ ਵੀ ਉਹਨਾਂ ਦੇ ਪ੍ਰਤੀ ਸ਼ਰਧਾ ਹੈ, ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਪ੍ਰਤੀ ਸਨਮਾਨ ਹੈ ਔਰ ਇਹ ਸਾਰੀ ਜ਼ਿੰਦਗੀ ਰਹੇਗਾ। ਅਰੋੜਾ ਸਾਹਿਬ, ਮੇਰਾ ਅਗਲਾ ਪ੍ਰਸ਼ਨ ਹੈ ਪੰਜਾਬ ਦੀ ਬੀਜੇਪੀ ਨੂੰ ਲੈ ਕੇ ਔਰ ਲੁਧਿਆਣੇ ਦੀ ਬੀਜੇਪੀ ਨੂੰ ਲੈ ਕੇ। ਤੁਸੀਂ ਪ੍ਰਧਾਨ ਸੀ, ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਕਿਸੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਟੇਜ ਸ਼ੇਅਰ ਕੀਤੀ ਸੀ। ਉਸ ਤੋਂ ਬਾਅਦ ਅੱਜ ਤੱਕ ਕੋਈ ਸਬੱਬ ਬਣਿਆ ਨਹੀਂ। ਇਹਦਾ ਮਤਲਬ ਇਹ ਹੈ ਕਿ ਲੁਧਿਆਣੇ ਦੀ ਰਾਜਨੀਤੀ ਨੂੰ ਚਲਾਉਣ ਵਾਸਤੇ ਰਵਿੰਦਰ ਅਰੋੜਾ ਦਾ ਹੋਣਾ ਜ਼ਰੂਰੀ ਹੈ, ਪਹਿਲੀ ਗੱਲ। ਦੂਸਰਾ, ਪੰਜਾਬ ਦੇ ਵਿੱਚ ਤੁਸੀਂ ਟੀਮ ਦੇ ਵਿੱਚੋਂ, ਲੇਕਿਨ ਪਿੱਛੇ ਜੇ ਤੁਹਾਡੀ ਕਿੰਨੀ ਕੰਟਰੋਵਰਸੀ ਆ ਗਈ ਕਿ ਤੁਹਾਨੂੰ ਫੇਸਬੁੱਕ ਤੇ ਲਾਈਵ ਹੋ ਕੇ ਉਹਨਾਂ ਨੂੰ ਜਵਾਬ ਵੀ ਦੇਣਾ ਪੈ ਗਿਆ। ਯਾਨੀ ਕਿ ਪੰਜਾਬ ਬੀਜੇਪੀ ਔਰ ਲੁਧਿਆਣਾ ਬੀਜੇਪੀ 'ਚ ਹਜੇ ਤੱਕ ਕੁਝ ਸਹੀ ਨਹੀਂ ਹੋਇਆ। ਪਹਿਲੀ ਗੱਲ ਤਾਂ ਪ੍ਰਭਾਤ ਜੀ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਮੇਰੇ ਹੁੰਦਿਆਂ ਪ੍ਰਧਾਨ ਮੰਤਰੀ ਹੈ, ਪਹਿਲਾਂ ਤਾਂ ਇਹ ਗੱਲ ਬੜੀ ਠੀਕ ਨਹੀਂ ਹੈ। ਪ੍ਰਧਾਨ ਮੰਤਰੀ ਜੀ ਦਾ ਸਰਕਾਰੀ ਦੌਰਾ ਸੀ, ਉਹ ਆਏ ਔਰ ਸਰਕਾਰੀ ਦੌਰੇ ਦੇ ਦੌਰਾਨ ਜੋ ਕਿਉਂਕਿ ਸਾਡੇ ਸ਼ਹਿਰ ਵਿੱਚ ਆਏ, ਉਹਨਾਂ ਨੂੰ ਉਹਨਾਂ ਦਾ ਜੋ ਅਧਿਕਾਰ ਬਣਦਾ ਹੈ, ਪੂਰੇ ਸਮੁੱਚੇ ਦੇਸ਼ ਵਾਸੀ ਉਹਨਾਂ ਨਾਲ ਪਿਆਰ ਕਰਦੇ ਨੇ। ਉਹਨਾਂ ਦੇ ਪ੍ਰਤੀ ਉਹ ਪਿਆਰ ਦਾ ਪ੍ਰਗਟਾਵਾ, ਉਹਨਾਂ ਦਾ ਸਵਾਗਤ ਸਾਡੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਇਕਾਈ ਦਾ ਮੈਂ ਉਸ ਵੇਲੇ ਅਧਿਕਸ਼ ਸੀ, ਸਾਡੀ ਜ਼ਿੰਮੇਵਾਰੀ ਸੀਗੀ। ਅਸੀਂ ਪ੍ਰਯਾਸ ਕੀਤਾ ਕਿ ਅਸੀਂ ਆਪਣਾ ਪਿਆਰ ਉਹਨਾਂ ਦੇ ਪ੍ਰਤੀ ਦਰਸਾ ਸਕੀਏ। ਲੇਕਿਨ ਡਿਸਟ੍ਰਿਕਟ ਪ੍ਰੈਜ਼ੀਡੈਂਟ ਤਾਂ ਕਦੇ ਵੀ ਨਹੀਂ ਸਟੇਜ 'ਤੇ ਜਾਂਦਾ ਹੁੰਦਾ ਨਾ। ਇਹ ਪਾਰਟੀ ਦੇ ਲੀਡਰਸ਼ਿਪ ਦੀ ਮਿਹਰਬਾਨੀ ਰਹੀ ਕਿ ਮੈਨੂੰ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਦੁਸ਼ਾਲਾ ਭੇਂਟ ਕਰਨ ਦਾ ਅਵਸਰ ਪ੍ਰਾਪਤ ਹੋਇਆ ਸਟੇਜ 'ਤੇ ਜਾ ਕੇ। ਲੇਕਿਨ ਇਹ ਕੋਈ ਐਸੀ ਗੱਲ ਨਹੀਂ ਹੈ। ਪ੍ਰਧਾਨ ਮੰਤਰੀ ਜੀ ਦੇ ਵਿੱਚ ਇੱਕ ਬਹੁਤ ਵੱਡੀ ਕੁਆਲਿਟੀ ਹੈ, ਉਹ ਹਰ ਇੱਕ ਦੇ ਨੇ, ਉਹ ਇੱਕ ਆਮ ਕਾਰਜਕਰਤਾ ਦੇ ਨੇ ਔਰ ਉਹਨਾਂ ਦੇ ਜਿਹੜੀ ਥੱਲੇ ਟੀਮ ਹੈ, ਚਾਹੇ ਸਟੇਟ ਲੈਵਲ ਦੀ ਹੈ ਚਾਹੇ ਕੇਂਦਰ ਲੈਵਲ ਦੀ ਹੈ, ਜੋ ਕਿਸੇ ਕਾਰਜਕਰਤਾ ਨੂੰ ਮਾਣ ਬਖਸ਼ਦੇ ਤਾਂ ਉਹ ਵੀ ਮਾਣ ਮਹਿਸੂਸ ਕਰਦੇ ਆ। ਸੋ ਕੋਈ ਐਸੀ ਗੱਲ ਨਹੀਂ ਹੈ, ਜੋ ਵੀ ਹੈ ਸੰਗਠਨ ਦੇ ਪਰੰਪਰਾ ਦੇ ਤਹਿਤ ਹੋਇਆ, ਕੋਈ ਵਿਸ਼ੇਸ਼ ਨਹੀਂ, ਕੋਈ ਮੇਰਾ ਕਿਸੇ ਵੀ ਤਰ੍ਹਾਂ ਦਾ ਰੋਲ ਉਹਦੇ 'ਚ। ਲੇਕਿਨ 2019 ਦਾ ਇਲੈਕਸ਼ਨ ਵੀ ਆਇਆ, ਮੋਦੀ ਜੀ ਹੀ ਪ੍ਰਧਾਨ ਮੰਤਰੀ ਦੁਬਾਰਾ ਬਣ ਗਏ, ਲੇਕਿਨ ਫਿਰ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਏ ਨਹੀਂ ਔਰ ਨਾ ਕਿਸੇ ਨੇ ਸਟੇਜ ਸ਼ੇਅਰ ਕੀਤੀ। ਯਾਨੀ ਕਿਸੇ ਦਮ ਨਹੀਂ ਸੀਗਾ ਕਿ ਲੁਧਿਆਣੇ 'ਚ ਬੁਲਾ ਕੇ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਜਿਤਾ ਦਿੰਦੇ। ਨਹੀਂ, ਐਸਾ ਨਹੀਂ ਹੈ। ਮਹੇਸ਼ਿੰਦਰ ਜੀ ਨੂੰ ਜਿਹੜੀ 3 ਲੱਖ ਵੋਟ ਮਿਲੀ ਹੈ,
ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹੈਜੀਟੇਸ਼ਨ ਨਹੀਂ। ਮਹੇਸ਼ ਇੰਦਰ ਗਰੇਵਾਲ ਭਾਵੇਂ ਅੱਜ ਸਾਡੇ ਗਠਬੰਧਨ ਸਾਡਾ ਟੁੱਟ ਗਿਆ, ਪਰ ਉਹ ਬੜੇ ਹੀ ਸੂਝਵਾਨ ਨੇਤਾ ਹਨ। ਉਹਨਾਂ ਨੂੰ ਪਤਾ ਸੀ ਕਿ ਸੂਬੇ ਦੇ ਵਿੱਚ ਔਰ ਦੇਸ਼ ਦੇ ਵਿੱਚ ਜੇ ਕੋਈ ਜਾਦੂ ਚੱਲਣਾ ਤੇ ਉਹ ਨਰਿੰਦਰ ਭਾਈ ਮੋਦੀ ਜੀ ਦਾ ਚੱਲਣਾ। ਔਰ ਉਹਨਾਂ ਨੇ ਆਪਣਾ ਸਾਰਾ ਇਲੈਕਸ਼ਨ ਅਚੀਵਮੈਂਟਸ ਆਫ ਨਰਿੰਦਰ ਭਾਈ ਮੋਦੀ ਨੂੰ ਫੇਸ ਰੱਖ ਕੇ ਲੜਿਆ। ਬੜੇ ਮਿੱਠ ਬੋਲੜੇ, ਬੜੇ ਚੰਗੇ ਸੁਭਾਅ ਦੇ। ਜੇਕਰ ਮੈਂ ਗਠਬੰਧਨ ਸਾਡਾ ਟੁੱਟਿਆ ਉਸ ਤੋਂ ਹਟ ਕੇ ਗੱਲ ਕਰਾਂ ਤੇ ਮਹੇਸ਼ ਇੰਦਰ ਗਰੇਵਾਲ ਵਰਗੇ ਵੀ ਲੀਡਰ ਅਕਾਲੀ ਦਲ ਕੋਲ ਘੱਟ ਨੇ, ਜਿਹਨੂੰ ਇੰਨਾ ਕੁ ਸੂਝ ਆ। ਔਰ ਉਹਨਾਂ ਦੇ ਵਿੱਚ ਵੀ ਕੁਆਲਿਟੀ ਸੱਚ ਕਹਿੰਦੇ ਆ ਕਈ ਵਾਰੀ, ਔਰ ਸਪਸ਼ਟ ਕਹਿੰਦੇ ਆ। ਇਹ ਬਿਮਾਰੀ ਜਿਨ੍ਹਾਂ ਨੂੰ ਹੁੰਦੀ ਨਾ, ਮੇਰੇ ਵਰਗਿਆਂ ਨੂੰ ਤੇ ਗਰੇਵਾਲ ਵਰਗਿਆਂ ਨੂੰ, ਉਹਨਾਂ ਨੂੰ ਲੋਕੀ ਵੋਟਾਂ ਘੱਟ ਪਾਉਂਦੇ ਆ ਲੇਕਿਨ ਪਿਆਰ ਬਹੁਤ ਕਰਦੇ ਆ। ਲੇਕਿਨ ਪੰਜਾਬ ਦੀ ਰਾਜਨੀਤੀ ਕਰਵਟ ਲੈ ਰਹੀ ਹੈ। ਹੁਣ ਤਾਂ ਇਲੈਕਸ਼ਨ ਅਲੱਗ ਹੀ ਲੜਨਗੇ। 9 ਮਾਸ ਦਾ ਰਿਸ਼ਤਾ ਕਿਤੇ ਨਾ ਕਿਤੇ ਹੁਣ ਖਤਮ ਨਜ਼ਰ ਆ ਰਿਹਾ ਹੈ। ਉਹ ਵੀ ਬੜੀ ਜ਼ੋਰ ਸ਼ੋਰ ਨਾਲ ਤਿਆਰੀ ਕਰ ਰਹੇ ਨੇ। ਔਰ ਇੱਧਰੋਂ ਬੀਜੇਪੀ ਵੀ ਕਹਿ ਰਹੀ ਹੈ ਕਿ ਮੈਂ ਪਿੱਛੇ ਜੇ ਪੁਸ਼ਪਿੰਦਰ ਸਿੰਘਲ ਜੀ ਨਾਲ ਵੀ ਗੱਲ ਕੀਤੀ, ਸੋ ਕਹਿੰਦੇ ਸਾਡੇ ਕੋਲ 117 ਕੈਂਡੀਡੇਟ ਮੌਜੂਦ ਨੇ ਔਰ ਅਸੀਂ ਲੜਾਂਗੇ। ਲੇਕਿਨ ਹੁਣ ਤੱਕ ਕਿਸਾਨ ਮੁੱਦੇ ਦੇ ਉੱਪਰ ਨਾ ਲੁਧਿਆਣਾ ਭਾਜਪਾ ਨਾ ਪੰਜਾਬ ਭਾਜਪਾ ਸਿਰਫ ਕਟਘਰੇ 'ਚ ਹੀ ਖੜੀ ਨਜ਼ਰ ਆਈ ਹੈ, ਹੋਰ ਕਿਤੇ ਨਹੀਂ ਨਜ਼ਰ ਆਈ ਹੈ। ਕਿ ਆਪਾਂ ਮੈਸੇਜ ਨਹੀਂ ਕਨਵੇ ਕਰ ਪਾ ਰਹੇ ਹਾਂ ਕਿਸਾਨਾਂ ਨੂੰ, ਸਮਝਾ ਨਹੀਂ ਪਾ ਰਹੇ ਉਹਨਾਂ ਨੂੰ। ਬਾਰ-ਬਾਰ ਰੇਲਾਂ ਤੇ ਬੈਠ ਜਾਂਦੇ ਆ, ਕਦੀ ਕਿਤੇ ਐਮਬੀਡੀ ਮਾਲ ਲੁਧਿਆਣੇ ਚਲੇ ਜਾਂਦੇ ਆ, ਆਪਾਂ ਕਨਵੇ ਨਹੀਂ ਕਰ ਪਾ ਰਹੇ। ਦਾ ਮਤਲਬ ਕਾਰਜਸ਼ੈਲੀ 'ਚ ਫਰਕ ਤਾਂ ਹੈ ਹੀ ਹੈ ਨਾ। ਐਸਾ ਬਿਲਕੁਲ ਨਹੀਂ ਹੈ ਕਿ ਪ੍ਰयास नहीं हुए, प्रयास ਹੋਏ ਹੈ। ਲੇਕਿਨ ਜਦੋਂ ਜਿਸ ਤਰ੍ਹਾਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਕਿ ਅਸੀਂ ਅਲੱਗ ਇਲੈਕਸ਼ਨ ਲੜਨਾ, ਕਾਂਗਰਸ ਦੀ ਗੱਲ ਕੀਤੀ ਕਰੀਏ ਤੇ ਕਾਂਗਰਸ ਇਸ ਵੇਲੇ ਆਈਸੋਲੇਟ ਹੋ ਚੁੱਕੀ ਪੰਜਾਬ ਦੇ ਲੋਕਾਂ ਵਿੱਚੋਂ। ਅਕਾਲੀ ਦਲ ਆਈਸੋਲੇਟ ਹੋ ਚੁੱਕਿਆ ਹੈ। ਆਮ ਆਦਮੀ ਪਾਰਟੀ ਹੱਥ ਪੈਰ ਮਾਰ ਰਹੀ ਹੈ, ਆਪਣਾ ਵਜੂਦ ਲੱਭ ਰਹੀ ਹੈ ਪੰਜਾਬ ਦੇ ਵਿੱਚ। ਇਹਨਾਂ ਤਿੰਨਾਂ ਪਾਰਟੀਆਂ ਨੇ ਇੱਕ ਟਾਰਗੇਟ ਬਣਾ ਲਿਆ। ਉਹ ਟਾਰਗੇਟ ਬਣਾ ਲਿਆ ਕਿ ਹਾਊ ਟੂ ਕੈਪਚਰ ਦਾ ਪੰਥਕ ਵੋਟ, ਜਿਹੜੀ ਰੂਰਲ ਏਰੀਆ ਦੇ ਵਿੱਚ ਜਾਂਦੀ ਹੈ। ਔਰ ਕਿਸਾਨ ਅੰਦੋਲਨ ਨੂੰ ਭੜਕਾਉਣ ਦੇ ਵਿੱਚ ਇਹਨਾਂ ਤਿੰਨਾਂ ਜਥੇਬੰਦੀਆਂ ਦਾ ਰੋਲ ਰਿਹਾ। ਕਿਸਾਨ ਦੇ ਇੰਟਰਸਟ ਦੀ ਗੱਲ ਇਹਨਾਂ ਤਿੰਨਾਂ ਦਾ ਕਿਸੇ ਦਾ ਮੰਤਵ ਨਹੀਂ, ਕਿਸੇ ਦਾ ਮੈਨੀਫੈਸਟੋ ਨਹੀਂ। ਮੈਨੀਫੈਸਟੋ ਜੇ ਸੀਗਾ ਉਦੋਂ ਕਿਸਾਨਾਂ ਨੂੰ 2019 ਦੇ ਚੋਣ ਮੈਨੀਫੈਸਟੋ ਦੇ ਵਿੱਚ ਕਾਂਗਰਸ ਪਾਰਟੀ ਨੇ ਕਿਉਂ ਕਿਹਾ ਕਿ ਅਸੀਂ ਮੰਡੀ ਸਿਸਟਮ ਖਤਮ ਕਰ ਦਿਆਂਗੇ, ਓਪਨ ਮਾਰਕੀਟ ਦਿਆਂਗੇ, ਕਿਸਾਨਾਂ ਨੂੰ ਖੁੱਲ੍ਹੀ ਮਾਰਕੀਟ ਦਾ ਪਲੇਟਫਾਰਮ ਦਿਆਂਗੇ। ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ। ਤੇ ਜਿਹੜੇ ਬੰਦੇ ਆਪਣੀ ਗੱਲ ਤੋਂ ਮੁੱਕਰ ਜਾਣ, ਆਪਣੀ ਕਹੀ ਗੱਲ 'ਤੇ ਨਾ ਰਹਿਣ, ਉਹਨਾਂ 'ਤੇ ਕਿੰਨਾ ਕੁ ਵਿਸ਼ਵਾਸ ਕਰਨਾ ਚਾਹੀਦਾ ਤੁਸੀਂ ਸਮਝੋ। ਬਦਕਿਸਮਤੀ ਹੈ ਕਿ ਸਾਡੇ ਰੂਰਲ ਖਿੱਤੇ ਦਾ ਜਿਹੜਾ ਪੰਜਾਬ ਦੇ ਲੋਕ ਹਨ ਉਹ ਕਿਤੇ ਨਾ ਕਿਤੇ ਇਹਨਾਂ ਦੇ ਪ੍ਰਭਾਵ ਵਿੱਚ ਜਾਂ ਭਰਮ 'ਚ ਆਏ, ਪਰ ਉਹਨਾਂ ਨੂੰ ਵੀ ਪਤਾ ਕਿ ਕੌਣ ਨੇ। ਹੁਣ ਜੇ ਦੂਸਰੇ ਪਾਸੇ ਮੈਂ ਤੁਹਾਨੂੰ ਸੱਚ ਬੋਲਣ 'ਤੇ ਆਈਏ, 22 ਨਵੰਬਰ ਦੇ ਤੁਸੀਂ 22 ਨਵੰਬਰ 2006 ਦੇ ਸਮਾਚਾਰ ਪੱਤਰ ਕੱਢ ਲਓ, ਹੈਡਲਾਈਨਸ ਨੇ ਸਾਰਿਆਂ 'ਚ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਕਿ ਪੰਜਾਬ ਦੇ 12,500 ਪਿੰਡਾਂ ਨੂੰ ਰਿਲਾਇੰਸ ਆਪਣੇ ਕਲੇਵੇ 'ਚ ਲੈ ਲੇਗਾ। ਕਲੇਵਾ ਹੁੰਦਾ ਬੜੇ ਪਿਆਰ ਦੇ ਨਾਲ ਆਪਣੇ ਨਾਲ ਜੋੜ ਲੈਣਾ ਕਿਸੇ ਨੂੰ। ਤੇ ਉਹ ਇਹ ਨਹੀਂ ਕਿਹਾ, ਇੱਕ ਹੁੰਦਾ ਵੀ ਪੰਜਾਬ ਆਪਣੇ ਗੱਲ ਉਹਨਾਂ ਨੂੰ ਘੁੱਟ ਕੇ ਸ਼ਿਕੰਜੇ 'ਚ ਲੈ ਲੈਣਾ, ਇੱਕ ਹੁੰਦਾ ਕਲੇਵਾ ਪਾ ਲੈਣਾ। ਕਲੇਵੇ ਦਾ ਮਤਲਬ ਤੇ ਸ਼ਿਕੰਜੇ ਦਾ ਮਤਲਬ ਫਰਕ ਹੈ। ਅੱਜ ਜਿਹਨੂੰ ਇਹ ਸ਼ਿਕੰਜਾ ਦੱਸ ਰਹੇ ਨੇ ਉਦੋਂ ਕਲੇਵਾ ਦੱਸ ਰਹੇ ਸੀ। ਉਹ ਕਲੇਵੇ ਦੇ ਵਿੱਚ ਪਾ ਲੈਣਾ। ਔਰ ਉਸੇ ਪਿੱਛੇ ਟਾਟਾ ਔਰ ਹੋਰ ਵੱਡੀਆਂ ਕੰਪਨੀਆਂ, ਅਡਾਨੀ ਵੀ ਆ ਰਹੇ ਨੇ। ਇਹ ਮੁੱਖ ਮੰਤਰੀ, ਇਸੇ ਮੁੱਖ ਮੰਤਰੀ ਦੀ ਜੀਂਦੇ ਜਾਗਦੇ ਦੀ ਸਟੇਟਮੈਂਟ ਆ। ਹਜੇ ਰੱਬ ਉਹਨਾਂ ਦੀ ਲੰਬੀ ਉਮਰ ਕਰੇ, ਉਹ ਜਿਹੜਾ ਆਪਣੀ ਸਟੇਟਮੈਂਟ ਆਪ ਪੜ੍ਹ ਲੈਣ। ਉਹਦੇ ਬਾਅਦ ਇਹਨਾਂ ਨੇ 4 ਕਰੋੜ 42 ਕਰੋੜ ਦੇ ਵਿੱਚ ਪੰਜਾਬ ਦੀ 420 ਏਕੜ ਜ਼ਮੀਨ ਰਿਲਾਇੰਸ ਨੂੰ ਦਿੱਤੀ। ਇਹ 2006 ਦਿੱਤੀ ਹੈ। ਇਹ 2006 'ਚ ਖੇਤੀ ਸੁਧਾਰ ਕਾਨੂੰਨ ਲਿਆਏ
ਅਮਲ ਨਹੀਂ ਕੀਤਾ। 2013 ਦੇ ਵਿੱਚ ਜਿਹੜਾ ਸਾਡੇ ਨਾਲੋਂ ਗਠਬੰਧਨ ਤੋੜ ਕੇ ਬੈਠੇ ਆ, ਜਿਹੜੇ ਬਹੁਤ ਵੱਡਾ ਦਾਅਵਾ ਕਰਦੇ ਨੇ ਕਿਸਾਨੀ ਨੂੰ ਦੇ ਹਿਤੈਸ਼ੀ ਹੋਣ ਦਾ, 2013 ਦੇ ਵਿੱਚ ਉਹਨਾਂ ਨੇ ਵਿਧਾਨ ਸਭਾ 'ਚ ਪਾਸ ਕੀਤੇ ਇਹੀ ਕਾਨੂੰਨ। 2017 ਦੇ ਵਿੱਚ ਫਿਰ ਕਾਂਗਰਸ ਪਾਰਟੀ ਨੇ ਇਹੀ ਕਾਨੂੰਨ ਪਾਸ ਕੀਤੇ। 2019 ਦਾ ਚੋਣ ਮੈਨੀਫੈਸਟੋ। ਅੱਜ ਇਹ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਕਹਿੰਦੇ ਨੇ ਕਿ ਅਸੀਂ ਜੀ ਪੰਜਾਬ ਵਿਧਾਨ ਸਭਾ 'ਚ ਕਾਨੂੰਨ ਰੱਦ ਕਰਤੇ ਜਿਹਦੇ ਦੀ ਪਾਵਰ ਕੋਈ ਨਹੀਂ। ਦੂਜੀ ਗੱਲ, ਜੇ ਤੁਸੀਂ ਰੱਦ ਕੀਤੇ ਆ ਨਾ, ਤੇ ਤੁਸੀਂ ਕੇਂਦਰ ਸਰਕਾਰ ਦੇ ਕਾਨੂੰਨ ਰੱਦ ਨਹੀਂ ਕੀਤੇ, ਤੁਸੀਂ ਆਪਣੇ ਬਣਾਏ, ਆਪਣੇ ਪਾਸ ਕੀਤੇ, ਆਪ ਕਾਨੂੰਨ ਰੱਦ ਕੀਤੇ, ਕਿਉਂਕਿ ਤੁਹਾਡੀ ਜ਼ਬਾਨ ਹੀ ਹੈ ਨਹੀਂ, ਤੁਹਾਡੇ ਪੱਲੇ ਹੀ ਕੱਖ ਨਹੀਂ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਸਮਝਣ ਦੀ ਲੋੜ ਹੈ। ਰਹੀ ਗੱਲ ਪੰਜਾਬ ਦੇ ਕਿਸਾਨ ਦੀ, MSP ਰਹਿਣੀ ਚਾਹੀਦੀ ਹੈ, ਰਹੇਗੀ। ਐਸਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ, ਐਸਾ ਕ੍ਰਿਸ਼ੀ ਮੰਤਰੀ ਨੇ ਵੀ ਕਿਹਾ। ਮੈਨੂੰ ਆਸ, ਉਮੀਦ ਔਰ ਵਿਸ਼ਵਾਸ ਹੈ ਕਿ 13 ਤਰੀਕ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਇਹਦਾ ਕੋਈ ਸਿੱਟਾ ਨਿਕਲੇਗਾ ਔਰ ਭਾਰਤੀ ਜਨਤਾ ਪਾਰਟੀ ਵਚਨਬੱਧ ਹੈ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਵਿੱਚ। MSP ਫਿਕਸ ਕਰਨ ਦਾ ਜਿਹੜਾ ਕ੍ਰਾਈਟੇਰੀਆ ਬਣਾਇਆ ਗਿਆ ਕਿ ਜੋ ਉਹਦੀ ਕ੍ਰੌਪਸ ਨੂੰ ਬੀਜਣ 'ਤੇ ਕਾਸਟ ਆਈ ਹੈ, ਜੋ ਕ੍ਰੌਪਸ ਦੀ ਪੈਦਾਵਾਰ 'ਤੇ ਕਾਸਟ ਆਈ ਹੈ, ਉਹਦਾ 1.5 ਗੁਣਾ ਮੁੱਲ ਉਹਨੂੰ ਦਿੱਤਾ ਜਾਏ। ਇਹ ਹੁਣ ਚੱਲ ਰਿਹਾ ਔਰ 2022 ਤੱਕ 2 ਗੁਣਾ ਕਰਨਾ। ਔਰ ਕਿਸਾਨ ਨੂੰ, ਕਿਉਂਕਿ ਸਾਡੇ ਸੂਬੇ ਦੇ ਵਿੱਚ ਪਾਣੀ ਖਤਮ ਹੋ ਰਿਹਾ, ਕਿਸਾਨ ਨੂੰ ਜਿਹੜੀ ਲਾਹੇਵੰਦ ਖੇਤੀ ਹੈ, ਝੋਨੇ ਤੇ ਕਣਕ ਤੋਂ ਇਲਾਵਾ ਜਿਹੜੀਆਂ ਮਹਿੰਗੀਆਂ ਕ੍ਰੌਪਸ ਨੇ, ਵੈਜੀਟੇਬਲਸ ਨੇ, ਹੋਰ ਚੀਜ਼ਾਂ ਨੇ, ਉਹਨਾਂ ਦੇ ਵੱਲ ਉਹਨਾਂ ਦਾ ਰੁਝਾਨ ਪੈਦਾ ਕਰਨਾ, ਤਾਂ ਹੀ ਕਿਸਾਨ ਦੀ ਆਮਦਨ ਦੁੱਗਣੀ ਹੋਏਗੀ। ਔਰ ਇਹ ਪ੍ਰਯਾਸ ਕੀਤੇ ਜਾ ਰਹੇ ਨੇ। ਔਰ ਤਿੰਨਾਂ ਕਾਨੂੰਨਾਂ ਦੇ ਵਿੱਚ ਬਹੁਤ ਮਜ਼ੇਦਾਰ ਇੱਕ ਗੱਲ ਹੈ, ਕਿਸਾਨ ਨੂੰ ਇੱਕ ਤਾਂ ਓਪਨ ਪਲੇਟਫਾਰਮ ਦੇ ਦਿੱਤਾ, ਇੱਕ MSP ਦੇ ਦਿੱਤੀ, ਜਿੱਥੇ ਮਰਜ਼ੀ ਵੇਚੇ। ਓਪਨ ਪਲੇਟਫਾਰਮ ਦੇ ਵਿੱਚ ਜਿਹੜੀ ਕੰਟਰੈਕਟ ਫਾਰਮਿੰਗ ਹੈ, ਉਹ 'ਚ ਬੜਾ ਕਲੀਅਰ ਕਰਤਾ ਕਿ ਕੰਟਰੈਕਟ ਸਿਰਫ ਕ੍ਰੌਪਸ ਦਾ ਹੋਏਗਾ, ਫਸਲ ਦਾ ਹੋਏਗਾ, ਜ਼ਮੀਨ ਦਾ ਕੰਟਰੈਕਟ ਨਹੀਂ ਹੋਏਗਾ। ਔਰ ਜਿਹੜੀ ਕ੍ਰੌਪਸ, ਮੰਨ ਲਓ ਕਿਸੇ ਵੀ ਪ੍ਰਾਈਵੇਟ ਅਦਾਰੇ ਨੇ, ਪ੍ਰਾਈਵੇਟ ਕੰਪਨੀ ਨੇ 5 ਸਾਲ ਦੇ ਲਈ ਕਿਸਾਨ ਦੇ ਨਾਲ ਤੈਅ ਕਰ ਲਿਆ ਕਿ ਤੇਰੀ ਕਣਕ, ਤੇਰਾ ਝੋਨਾ, ਤੇਰੀ ਸਬਜ਼ੀ, ਵਟਸਐਵਰ ਜਿਹੜੀ ਵੀ ਕ੍ਰੌਪਸ ਹੈ, ਮੈਂ 2000 ਰੁਪਏ ਕੁਇੰਟਲ ਖਰੀਦਾਂਗਾ। ਜੇ ਉਹਦਾ ਮੁੱਲ ਅਗਲੇ 5 ਸਾਲਾਂ ਦੇ ਵਿੱਚ 2000 ਦੀ ਜਗ੍ਹਾ 3000 ਹੋ ਗਿਆ, ਤੇ ਉਹਨੂੰ ਕਿਸਾਨ ਨੂੰ 3000 ਰੁਪਏ ਦੇਣੇ ਪੈਣਗੇ। ਜੇ ਉਹਦਾ ਮੁੱਲ 1500 ਰਹਿ ਗਿਆ ਤਾਂ ਵੀ 2000 ਦੇਣਾ ਪਊ। ਇਹ 'ਚ ਕਿਸਾਨ ਦਾ ਨੁਕਸਾਨ ਕਿੱਥੇ? ਨੁਕਸਾਨ ਸਿਆਸੀ ਪਾਰਟੀਆਂ ਦਾ। ਉਹਨਾਂ ਨੂੰ ਪਤਾ ਸਾਡੀ ਜ਼ਮੀਨ ਗਈ, ਕਿਸਾਨ ਸੌਖਾ ਹੋ ਗਿਆ, ਕਿਸਾਨ ਤਾਂ ਜੁੜ ਜੂਗਾ BJP ਨਾਲ, ਤੇ ਸਾਡੇ ਪੱਲੇ ਕੀ ਰਹਿ ਜੂ? ਸਾਡੀ ਇਹਦਾ ਮਤਲਬ ਇਹ ਹੈ ਕਿ ਜੋ ਬਿਹਾਰ 'ਚ ਫੈਕਟਰ ਕੰਮ ਕੀਤਾ, ਬਿਹਾਰ ਦੇ ਵਿੱਚ BJP ਇੱਕ ਬਹੁਤ ਵੱਡੀ ਪਾਰਟੀ ਨਿਤੀਸ਼ ਕੁਮਾਰ ਦੀ ਨਈਆ ਨੂੰ ਪਾਰ ਲਗਾ ਗਈ, ਇਹੀ ਫੈਕਟਰ ਕੰਮ ਕੀਤਾ। ਕਿਸਾਨੀ ਤਾਂ ਉੱਥੇ ਵੀ ਹੈ ਨਾ। ਬਿਹਾਰ ਨਹੀਂ, ਸਮੁੱਚੇ ਦੇਸ਼ ਦੇ ਵਿੱਚ ਕਿਸਾਨੀ ਹੈ, ਲੇਕਿਨ ਪੰਜਾਬ ਦੇ ਕਿਸਾਨ ਜਿਹੜੇ ਨੇ, ਪੰਜਾਬ ਦੇ ਵਿੱਚ ਇੱਕ ਵੱਡਾ ਖੇਤਰ ਹੈ ਕਿਸਾਨੀਯੋਗ, ਵੱਡੀ ਜ਼ਮੀਨਾਂ ਨੇ, ਔਰ ਪੰਜਾਬ ਦੇ ਕਿਸਾਨ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਪੰਜਾਬ ਦੇ ਕਿਸਾਨ ਨੇ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੇ ਵਿੱਚ ਜਿਹੜਾ ਹੈ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਅੰਨਦਾਤਾ ਰਿਹਾ। ਜਦੋਂ ਦੇਸ਼ ਦੇ ਵਿੱਚ ਅੰਨ ਦਾ ਸੰਕਟ ਆਇਆ, ਤੁਹਾਨੂੰ ਧਿਆਨ ਹੋਣਾ ਕਿ ਸਾਨੂੰ ਅਮਰੀਕਾ ਤੋਂ ਕਣਕ ਜਿਹੜੀ ਹੈ ਇੰਪੋਰਟ ਕਰਨੀ ਪਈ। ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਕੋਈ ਬਹੁਤਾ ਵਧੀਆ ਬਿਹੇਵ ਅਮਰੀਕਨ ਰਾਸ਼ਟਰਪਤੀ ਨੇ ਨਹੀਂ ਕੀਤਾ। ਤਾਂ ਉਸ ਵੇਲੇ ਦੇ ਸਵਿਮਾਨ ਨੂੰ ਜਾਗਰਤ ਰੱਖਣ ਦੇ ਲਈ ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਸੀ ਕਿ ਮੇਰਾ ਦੇਸ਼ ਭੁੱਖਾ ਰਹਿ ਲੇਗਾ। ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ। ਉਹਨਾਂ ਨੇ ਲੋਕਾਂ ਨੂੰ ਇੱਕ ਟਾਈਮ ਦਾ ਭੋਜਨ ਛੱਡਣ ਦੇ ਲਈ ਪ੍ਰੇਰਿਤ ਕੀਤਾ, ਔਰ ਉਹ ਭੋਜਨ ਕਿਸਾਨ ਨੇ ਛੱਡਿਆ, ਆਮ ਲੋਕਾਂ ਨੇ ਛੱਡਿਆ। ਉਸ ਦੇ ਕਾਰਨ ਉਸ ਤੋਂ ਬਾਅਦ ਇੱਕ ਗ੍ਰੀਨ ਰੈਵੋਲੂਸ਼ਨ ਦੀ ਗੱਲ ਆਈ। ਪੰਜਾਬ ਦੇ ਕਿਸਾਨ ਨੇ, ਭਾਰਤ ਦੇ ਕਿਸਾਨ ਨੇ ਬਹੁਤ ਹੀ ਤਨਦੇਹੀ ਦੇ ਨਾਲ, ਬਹੁਤ ਹੀ ਸਜਗਤਾ ਦੇ ਨਾਲ ਕਣਕ ਦੀ ਉਪਜਾਊ ਇੰਨੀ ਉਪਜ ਪੈਦਾ ਕੀਤੀ ਕਿ ਭਾਰਤ ਆਤਮ ਨਿਰਭਰ ਹੋ ਗਿਆ, ਔਰ ਭਾਰਤ ਜਿਹੜਾ ਕਣਕ ਇੰਪੋਰਟ ਕਰਦਾ ਸੀ ਉਹਨੂੰ ਐਕਸਪੋਰਟ ਕਰਨ ਦੇ ਯੋਗ ਹੋ ਗਿਆ। ਅੱਜ ਸਾਡੇ ਗਡਾਊਨ ਭਰੇ ਪਏ ਨੇ। ਕਰੋਨਾ ਕਾਲ ਦੇ ਵਿੱਚ ਤੁਸੀਂ ਦੇਖਿਆ
ਕਿ ਸਰਕਾਰ ਨੇ ਚਿੱਠੀਆਂ ਦਿੱਤੀਆਂ ਸੂਬਾ ਸਰਕਾਰਾਂ ਨੂੰ ਵੀ ਆਪਣੇ ਗੋਡਾਨਾ 'ਚੋਂ ਚੱਕ ਕੇ ਵੰਡ ਦਿਓ। ਅਸੀਂ ਸક્ષਮ ਸੀਗੇ, ਅਸੀਂ ਇਹਦਾ ਫੇਸ ਕੀਤਾ। ਉਹਦੇ ਲਈ ਕਿਸਾਨ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਅਸੀਂ ਅਕ੍ਰਿਤ ਕਰਨ ਜਥੇਬੰਦੀ ਨਹੀਂ ਹੈ ਭਾਰਤੀ ਜਨਤਾ ਪਾਰਟੀ। ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਰਿਣੀ ਹੈ ਕਿ ਉਹਨਾਂ ਨੇ ਦੇਸ਼ ਨੂੰ ਸੰਕਟ ਦੇ ਵੇਲੇ ਦੇਸ਼ ਦੀ ਬਹੁਤ ਮਦਦ ਕੀਤੀ। ਅੱਜ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਉਸ ਕਿਸਾਨ ਦਾ ਜੀਵਨ ਸਤਰ ਉੱਚਾ ਹੋਵੇ, ਉਹਦੇ ਪ੍ਰਯਾਸ ਕੀਤੇ ਜਾਏ। ਉਹਦੇ ਵਿੱਚ ਸਮਝਣ ਤੇ ਸਮਝਾਉਣ ਦੇ ਵਿੱਚ ਕਿਤੇ ਫਰਕ ਆ ਰਿਹਾ। ਔਰ ਜਿਹੜੀ ਗੱਲ ਤੁਸੀਂ ਕਹੀ ਕਿ ਕਿਤੇ ਪੰਜਾਬ ਦੀ ਪਾਰਟੀ ਨਹੀਂ ਸਮਝਾ ਸਕੀ, ਕਿੱਦਾਂ? ਪੰਜਾਬ ਦੀ ਪਾਰਟੀ ਨੇ ਬਹੁਤ ਸਿਰ ਤੋੜ ਪ੍ਰਯਾਸ ਕੀਤੇ, ਲੇਕਿਨ ਇਹ ਗੁੰਮਰਾਹਕੁਨ ਪ੍ਰਯਾਸ ਇੱਦਾਂ ਦੇ ਕਰਤੇ ਗਏ ਜਿਵੇਂ ਕੈਪਟਨ ਨੇ ਸਹੁੰ ਚੱਕੀ ਨੌਕਰੀ ਪੱਕੀ, ਗੁਟਕਾ ਸਾਹਿਬ ਦੀ ਸਹੁੰ ਚੱਕ ਲਈ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ, ਅਸੀਂ ਸਭ ਨੂੰ ਆਹ ਦਿਆਂਗੇ। ਕੋਈ ਵੀ ਇਹਨਾਂ ਨੇ ਆਪਣੀ ਘੋਸ਼ਣਾ ਜਿਹੜੀ ਹੈ ਉਹ ਪੂਰੀ ਨਹੀਂ ਕਰ ਸਕੇ। ਸੋ ਇਹਨਾਂ ਕੋਲ ਕੋਈ ਮੁੱਦਾ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਟਾਈਮ 'ਤੇ ਜਿਹੜੇ ਬੇਅਦਬੀਆਂ ਦੇ ਦਾਗ ਲੱਗੇ, ਮੈਂ ਨਹੀਂ ਸਮਝਦਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਦਾ ਉਹਦੇ 'ਚ ਕੋਈ ਰੋਲ ਹੋਏਗਾ, ਲੇਕਿਨ ਉੱਥੇ ਵੀ ਲੈਫਟਿਸਟ ਨੇ ਔਰ ਕਾਂਗਰਸ ਪਾਰਟੀ ਦੇ ਛੜਿੰਤਰਾਂ ਨੇ ਉਹਨਾਂ ਨੂੰ ਦੋਸ਼ੀ ਕਰਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਕਾਰਨ ਅਕਾਲੀ ਦਲ ਲੋਕਾਂ ਦੇ ਵਿੱਚ ਆਈਸੋਲੇਟ ਹੋ ਗਿਆ। ਅਕਾਲੀ ਦਲ ਦਾ ਪਿੰਡਾਂ ਦਾ ਗ੍ਰਾਫ ਬਿਲਕੁਲ ਗਿਰ ਗਿਆ। ਆਮ ਆਦਮੀ ਪਾਰਟੀ ਦਾ ਜਿਹੜਾ ਮੁਖੀ ਹੈ ਉਹ 2017 ਦੀਆਂ ਚੋਣਾਂ ਦੇ ਵਿੱਚ ਆਉਂਦਾ, ਉਹ ਅੱਤਵਾਦੀਆਂ ਦੇ ਘਰੇ ਰੁਕਦਾ। ਉਹਦੀ ਜਿਹੜੀ ਲੈਫਟਿਸਟ ਸੋਚ ਹੈ, ਆਮ ਆਦਮੀ ਪਾਰਟੀ ਦਾ ਮਤਲਬ ਲੈਫਟ, ਔਰ ਲੈਫਟਿਸਟ ਸੋਚ ਜਿਹੜੀ ਹੈ ਉਸ ਦੇਸ਼ ਦੇ ਲਈ ਘਾਤਕ ਹੈ। ਇਹ ਤਿੰਨੇ ਸੋਚਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਭੋਲੇ ਭਾਲੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਲੇਕਿਨ ਸਾਨੂੰ ਆਸ ਹੈ, ਸਾਨੂੰ ਕੋਈ ਐਸੀ ਦਿੱਕਤ ਨਹੀਂ ਹੈ। ਸਰਕਾਰ ਸੰਜੀਦਗੀ ਨਾਲ ਫੈਸਲਾ ਲਏਗੀ ਔਰ ਕੁਝ ਕਿਸਾਨਾਂ ਦੇ ਲਈ ਐਕਸਟਰਾਆਰਡਨਰੀ ਵੀ ਕਰਨਾ ਪਿਆ। ਰਾਜਨੀਤਿਕ ਹਿੱਤਾਂ ਦੀ ਤਾਂ ਕਦੀ ਪਰਵਾਹ ਕੀਤੀ ਨਹੀਂ, ਲੇਕਿਨ ਆਰਥਿਕ ਦ੍ਰਿਸ਼ਟੀਕੋਣ ਨਾਲ ਵੀ ਕਿਸਾਨ ਨੂੰ ਸੰਭਲ ਬਣਾਉਣ ਦੇ ਲਈ ਕੇਂਦਰ ਸਰਕਾਰ ਨੂੰ ਕੋਈ ਢੁਕਵੇਂ ਕਦਮ ਚੱਕਣੇ ਪਏ ਤਾਂ ਉਹ ਚੱਕੇਗੀ। ਐਸਾ ਬਿਲਕੁਲ ਕਲੀਅਰ ਹੈ। ਔਰ ਪੰਜਾਬ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ, ਸਾਡੇ ਪੂਰਵ ਸੂਬਾ ਪ੍ਰਧਾਨ ਵਿਜੇ ਸਾਂਪਲਾ ਜੀ, ਸਾਡੇ ਸੂਬੇ ਦੇ ਉਪ ਪ੍ਰਮੁੱਖ ਹਰਜੀਤ ਸਿੰਘ ਗਰੇਵਾਲ ਜੀ, ਸਾਡੇ ਸਾਬਕਾ ਮੰਤਰੀ ਸੁਰਜੀਤ ਜਿਆਨੀ ਜੀ, ਇਹ ਨਿਰੰਤਰ ਕਿਸਾਨਾਂ ਦੇ ਸੰਪਰਕ 'ਚ ਨੇ। ਸਾਡੇ ਕਿਸਾਨ ਮੋਰਚਾ ਦੇ ਪ੍ਰਧਾਨ ਚੀਮਾ ਜੀ, ਇਹ ਨਿਰੰਤਰ ਕਿਸਾਨਾਂ ਦੇ ਸੰਪਰਕ 'ਚ ਨੇ। ਔਰ ਇਹ ਉਹਨਾਂ ਦੇ ਸੰਪਰਕਾਂ ਦਾ ਹੀ ਸਿੱਟਾ, ਉਹਨਾਂ ਦੀ ਮਿਹਨਤ ਦਾ ਸਿੱਟਾ ਕਿ 13 ਤਰੀਕ ਦੀ ਬੈਠਕ ਜਿਹੜੀ ਮਾਨਯੋਗ ਕ੍ਰਿਸ਼ੀ ਮੰਤਰੀ ਔਰ ਰੇਲ ਮੰਤਰੀ ਦੇ ਨਾਲ ਹੋਣ ਦੀ ਸ਼ਡਿਊਲ ਹੋਈ ਹੈ, ਉਹ ਹੋਈ ਹੈ। ਇਸ ਕਰਕੇ ਐਸੀ ਕੋਈ ਗੱਲ ਨਹੀਂ। ਇਹਨਾਂ ਨੇ ਹੁਣ ਕਾਂਗਰਸੀ ਦੋਗਲਾ ਚਿਹਰਾ ਦੇਖੋ, ਮਾਲ ਗੱਡੀਆਂ ਚਲਾ ਦਿਓ। ਔਰ ਤੁਸੀਂ ਟੀਵੀ ਚੈਨਲਸ 'ਤੇ ਉਹਨਾਂ ਲੈਫਟਿਸਟ ਦੀ ਗੱਲ ਸੁਣ ਰਹੇ ਹੋ, ਕਹਿੰਦੇ ਜੀ ਅਸੀਂ ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਦੇਵਾਂਗੇ। ਕਿਆ ਸਰਕਾਰਾਂ ਇਜਾਜ਼ਤ ਨਾਲ ਚੱਲਦੀਆਂ ਨੇ? ਕਿਆ ਕੈਪਟਨ ਸਰਕਾਰ ਜਿਹੜੀ ਹੈ ਉਹ ਪੰਜਾਬ ਦੀ ਜਿਹੜੀ ਰੇਲਵੇ ਹੈ, ਪੰਜਾਬ ਦੇ ਜਿਹੜੇ ਸਰਕਾਰੀ ਸੋਰਸਿਸ ਨੇ ਜਾਂ ਜਿਹੜੀ ਸਰਕਾਰੀ ਸੰਪਤੀ ਹੈ ਉਹਦੀ ਰੱਖਿਆ ਕਰਨ 'ਚ ਨਾਕਾਮ ਹੋਈ ਹੈ? ਕੈਪਟਨ ਕਹਿੰਦਾ ਜੀ ਅਸੀਂ ਮਾਲ ਗੱਡੀਆਂ ਚਲਾ ਲਓ। ਕਿਉਂ ਪੈਸੇਂਜਰ ਟ੍ਰੇਨਸ ਕਿਉਂ ਨਹੀਂ? ਆਮ ਨਾਗਰਿਕ ਕਿਉਂ ਦੁਖੀ ਹੋ ਰਿਹਾ? ਕਿਉਂ ਹੋਵੇ ਦੁਖੀ ਦੱਸੋ? ਮਾਲ ਗੱਡੀਆਂ ਨਾਲ ਇਕੱਲਾ ਕਿਸਾਨਾਂ ਦਾ ਨੁਕਸਾਨ ਨਹੀਂ ਹੈ, ਸਮੁੱਚੇ ਪੰਜਾਬ ਦਾ ਨੁਕਸਾਨ ਹੋ ਰਿਹਾ। ਇੰਡਸਟਰੀ ਤਬਾਹ ਹੋ ਰਹੀ ਹੈ। ਔਰ ਇਹ ਸਾਰੀ ਸਾਜ਼ਿਸ਼ ਜਿਹੜੀ ਹੈ ਇਹ ਕੈਪਟਨ ਸਾਹਿਬ ਨੇ ਕੀਤੀ ਸੀ, ਕੈਪਟਨ ਸਰਕਾਰ ਨੇ। ਇਹਨਾਂ ਨੂੰ ਪੁੱਠੀ ਪੈ ਗਈ ਗੱਲ ਵੱਖਰੀ ਹੈ, ਲੇਕਿਨ ਅਸੀਂ ਸੰਜੀਦਾ ਹਾਂ। ਅਸੀਂ ਬਿਲਕੁਲ ਸੰਜੀਦਗੀ ਦੇ ਨਾਲ ਇਸ ਸਮੱਸਿਆ ਦਾ ਹੱਲ ਕਰਾਂਗੇ। ਇੱਕ ਬੜਾ ਹੀ ਤੁਹਾਡੀ NGO ਨੂੰ ਲੈ ਕੇ ਸਵਾਲ ਚੱਲਦਾ ਸੀ ਸੰਵੇਦਨਾ ਟਰਸਟ ਬਾਰੇ। ਸੰਵੇਦਨਾ ਟਰਸਟ ਇੱਕ ਉਹ ਟਰਸਟ ਜੋ ਗਰੀਬ ਗੁਰਬਿਆਂ ਦੀ ਸੇਵਾ ਕਰਦੀ ਹੈ। ਐਂਬੂਲੈਂਸ ਦੇ ਤੌਰ 'ਤੇ ਵੀ ਤੁਸੀਂ ਲੋਕਾਂ ਦੀ ਸੇਵਾ ਕਰਾਉਂਦੇ ਹੋ, ਆਪਣੀ ਐਂਬੂਲੈਂਸ ਲਾਈਆਂ ਹੋਈਆਂ ਵਾ। ਇਹ ਕਿੰਨੀਆਂ ਕੁ ਐਂਬੂਲੈਂਸ ਲੁਧਿਆਣੇ 'ਚ ਚੱਲਦੀਆਂ ਨੇ ਔਰ ਕਿੱਥੇ ਕਿੱਥੇ ਇਹ ਜਾਂਦੀਆਂ ਨੇ? ਕੀ ਇਹਨਾਂ ਦਾ ਸ਼ਡਿਊਲ ਰਹਿੰਦਾ ਹੈ? ਇਹਨਾਂ ਦੇ ਬਾਰੇ ਵੀ ਜ਼ਰੂਰ ਜਾਣਨਾ ਪਾਓ। ਸੰਵੇਦਨਾ ਟਰਸਟ ਦੀ ਸਥਾਪਨਾ 2009 ਦੇ ਵਿੱਚ ਹੋਈ। ਮੈਂ ਪਹਿਲੀ ਗੱਲ ਤੁਹਾਨੂੰ ਦੱਸ ਦਿਆਂ ਕਿ ਰਵਿੰਦਰ ਅਰੋੜਾ ਕੋ ਕੈਸ਼ੀਅਰ BJP ਜਾਂ ਸਾਬਕਾ ਜ਼ਿਲ੍ਹਾ ਪ੍ਰਧਾਨ BJP ਇੱਕ ਅਲੱਗ ਆਈਡੈਂਟੀਟੀ ਹੈ, ਲੇਕਿਨ ਰਵਿੰਦਰ ਅਰੋੜਾ ਸੰਵੇਦਨਾ ਦੇ ਪ੍ਰਤੀ ਜੋ ਸਮਰਪਣ, ਜੋ ਮਨ 'ਚ ਸ਼ਰਧਾ ਹੈ, ਉਹ ਬਿਲਕੁਲ ਅਲੱਗ ਆਈਡੈਂਟੀਟੀ ਹੈ। ਇਸ ਨੂੰ ਇਸ ਰੂਪ 'ਚ ਲਿਆ ਜਾ ਸਕਦਾ ਹੈ ਕਿ ਇੱਕ ਮਨੁੱਖ ਕਈ ਰਿਸ਼ਤਿਆਂ ਤੋਂ ਆਪਣਾ ਜ਼ਿੰਦਗੀ ਜੀਂਦਾ।
ਆਪਣੀ ਮਾਂ ਲਈ ਉਹ ਪੁੱਤਰ ਹੈ, ਆਪਣੀ ਪਤਨੀ ਲਈ ਉਹ ਪਤੀ ਹੈ, ਆਪਣੀ ਭੈਣ ਲਈ ਉਹ ਭਰਾ ਹੈ, ਆਪਣੇ ਬੱਚਿਆਂ ਲਈ ਉਹ ਬਾਪ ਹੈ। ਇਸੇ ਤਰ੍ਹਾਂ ਸੰਵੇਦਨਾ ਜਿਹੜਾ ਟਰਸਟ ਹੈ ਉਹ ਮੇਰਾ ਇੱਕ ਤਰ੍ਹਾਂ ਦਾ ਕਹਿ ਲਓ ਔਲਾਦ ਹੈ, ਜੋ ਮੈਂ ਆਪਣੇ ਪੂਰੇ ਰਾਜਨੀਤਿਕ ਜੀਵਨ ਦੇ ਵਿੱਚ, ਸਮਾਜਿਕ ਜੀਵਨ ਦੇ ਵਿੱਚ ਜੋ ਮੈਂ ਲੋਕਾਂ ਦੇ ਦਰਦ ਨੂੰ ਅਨੁਭਵ ਕੀਤਾ। 27 ਸਤੰਬਰ 2009 ਨੂੰ ਇਹਦੀ ਸਥਾਪਨਾ ਕੀਤੀ ਸੀ। ਮੰਤਵ ਸੀ ਰੋਡ ਸਾਈਡ ਐਕਸੀਡੈਂਟ ਵਿਕਟਮਸ ਦੀ ਮਦਦ ਕਰਨਾ, ਕਿਉਂਕਿ ਲੋਕ ਡਰਦੇ ਮਾਰੇ ਹੱਥ ਨਹੀਂ ਲਾਉਂਦੇ ਸੀ। ਸਭ ਦਾ ਟਾਰਗੇਟ ਫਿਕਸ ਹੁੰਦਾ ਸੀ, ਮੈਂ ਫਲਾਣੀ ਜਗ੍ਹਾ ਜਾਣਾ, ਆਪਾਂ ਨੂੰ ਤਕਲੀਫ ਹੁੰਦੀ ਲੇਕਿਨ ਆਪਾਂ ਨਿਕਲ ਜਾਂਦੇ ਸੀ। इस करके असी इस महसूस किया कि तुम्हारे दिल की चुभन भी जरूर कुछ कम होगी, किसी के पाँव का कांटा तो निकाल के देखो। और सानू बड़ा माण है 2009 ਦੇ ਵਿੱਚ ਅਸੀਂ ਸਥਾਪਨਾ ਕੀਤੀ। ਸਾਡਾ सिविल हॉस्पिटल ਦੇ ਵਿੱਚ ਅਸੀਂ 3 ਐਂਬੂਲੈਂਸ ਨਾਲ शुरुआत ਕੀਤੀ ਸੀ। और उदों जो शुरुआत हुई उस तो बाद साडा काम देख के, साडा सिस्टम देख के पंजाब सूबा सरकार ने भी 108 ਐਂਬੂਲੈਂਸ सेवा पंजाब ਦੇ ਵਿੱਚ 2010 च इंट्रोड्यूस की। सन लग्या कि साडा काम घट जाएगा, लेकिन वो 2010 ਦੇ ਵਿੱਚ ਅਸੀਂ ਇਹ तय कर लिया कि ਅਸੀਂ रोड साइड एक्सीडेंट विक्टिम्स नहीं, किसी भी गरीब ਨੂੰ ਕਿਸੇ ਵੀ ਜਗ੍ਹਾ ਐਂਬੂਲੈਂਸ ਦੀ ਲੋੜ ਹੈ, ਇਹ फ्री ऑफ कॉस्ट विद द डिस्ट्रिक्ट रेडियस ऑफ 40 किलोमीटर्स। लुधियाना तो जगराओं, लुधियाना तो फगवाड़ा, लुधियाना तो खन्ना, लुधियाना तो समराला, ये फ्री ऑफ कॉस्ट तक चलेगी। उस तो अगे जो कॉस्ट है वो सबसिडाइज करके ਉਹਦੇ ਵਿੱਚ ਵੀ ऑर्गेनाइजेशन जिन्ने पैसे पा सकती अपने कोलों पा के ट्रस्ट ਜਿਹੜਾ ਉਹ ਲੋਕਾਂ ਦੀ सेवा करे। पंजाब के प्रवासी मजदूर बेचारे इन्नी दूरों आके इत्थे नौकरी करते हैं, किसी परिवार की इच्छा होंदी कि वो लास्ट राइट्स वो घर जाके होण, वो मजदूर नूं भी 6 रुपए किलोमीटर ते 8 रुपए किलोमीटर ते असीं गड्डियां हुण 8 रुपया पहलां 6 रुपए, जिहड़ा कि डीजल का खर्चा भी पूरा नहीं हुंदा। वो प्रयास किया कि गरीबां की सहायता करके उन्हां दे मनोबल नूं कायम रखा जाए, क्योंकि पंजाब की इंडस्ट्री नूं चलाउण दे विच, पंजाब के उद्योग नूं चलाउण दे विच, पंजाब की खुशहालता दे विच प्रवासी बंधुओं का बहुत वड्डा योगदान है। सो इस तरह दीयां सोच लैके भावें वो बरैल स्कूल होवे, भावें वो बरैल भवन दे विच जिहड़ा स्कूल चलदा, भावें होर जिहड़े नशिਆਂ ਦੇ विरुद्ध असीं कंडे नाटक का मंचन किया, सरकारी स्कूलों के असी फीमेल्स टॉयलेट्स वगैरह बनाइया, ये सारा लुधियाने के लोगों के सहयोग नाल, मैं कल्ला कुछ नहीं किया, ये टोटल टीम वर्क है। और करोना काल दे विच भी इस तरह जदों संकट आया, लोग अपने अंदर असी कोशिश की कि घरों निकल के साडे, मैनूं माण है मेरे अपने ड्राइवर्स से, अपने वलंटीयर्स से, जिन्हां ने अपनी जान नूं रिस्क च पा के 400 तो वध डैड बॉडीज़ जिहड़ियां करोना इफेक्टेड ने उन्हां दी क्रिमिनेशन की। और लखां दी तादाद दे विच मास्क, 2 ਲੱਖ तो उपर घर लुधियाने दे सैनिटाइज किए, सिविल हस्पताल की सैनिटाइजेशन व्यवस्था की। 60 दिन लगातार सुक्का ते गिला राशन उप संवेदना ट्रस्ट के कार्यकर्तावां ने पहुँचाया। हर समय जितनी जरूरत है, कहते जब भी कोई कष्ट आ जाए दे लेना आवाज़ संवेदना को, तो संवेदना हर समय सबके लिए। और ये नहीं देखा कभी कि किस पोलिटिकल पार्टी का बंदा, किस धर्म का, किस जात का, किस मजहब का, ये सिर्फ एक ही देखा कि हर इंसान जिहड़ा तड़प रहा होंदा उहदा दर्द एक है, हर इंसान जिहड़ा एक्सीडेंट विक्टिम्स है उहदे लहू का रंग लाल है। ये सोच के असी इस ट्रस्ट नूं चला रहे हैं और काफ़ी काम किए ने संवेदना की, किते बड़ा लंबा एक हिस्टरी है। जे असी करांगे तो मन नूं बड़ा सुकून मिलता है। ये किसी भी राजनीतिक अहुदे तो, किसी भी आर्थिक लाभ तो, किसी भी वपारक लाभ तो बहुत उच्ची चीज़ है। ये मैंटल सैटिस्फैक्शन जी मिलती है वो किसी भी होर अहुदे या होर आर्थिक लाभ या समाजिक लाभ च नहीं मिलती। मेरा एक बड़ा कंट्रोवर्शियल जा क्वेश्चन है, पिछे जे रविंदर अरोड़ा जी ने लाइव होके एक अपने पार्टी के अहुदेदार बारे कुछ शब्द कहे सी, इदां दी कंट्रोवर्सी पार्टी च पैदा ही क्यों हुंदी है? क्योंकि मसला किते दा, अग किते लगी तो धुआं कित्थे उठिया? किस अहुदेदार की गल कर रहे हो? अहुदेदार ही ने तुहाडे ओह नाम लो, कोई दिक्कत गोसाई साहब दी ही कंट्रोवर्सी तुहाडे ते हावी रही, फिर तुसीं जवाब दिता, मतलब अरविंदर अरोड़ा जी नूं भी जवाब देना पैंदा वा? नहीं, मैं गोसाई साहब साडे बड़े पुराने, बहुत सत्कारत साडे बजुर्ग लीडर ने, ना उन्होंने मैं कोई जवाब दिता, ना मैं जवाब देण जोगा, ना मैं उन्होंने देना।
ਉਹਨਾਂ ਨੂੰ ਅੱਜ ਵੀ ਕੋਈ ਲੋੜ ਹੋਏਗੀ ਤਾਂ ਰਵਿੰਦਰ ਅਰੋੜਾ ਉਹਨਾਂ ਲਈ ਹਾਜ਼ਰ ਹੈ। ਰਹੀ ਗੱਲ ਜਿਹੜੇ ਤੁਸੀਂ ਲਾਈਵ ਹੋਣ ਦੀ ਗੱਲ ਕੀਤੀ, ਲਾਈਵ ਉਹ ਹੋਏ, ਮੈਂ ਤਾਂ ਉਹਨਾਂ ਨੂੰ ਹੱਥ ਹੀ ਜੋੜਿਆ ਵੀ ਨਾ ਸੱਚ ਨਾ ਬੁਲਾਓ, ਬਹੁਤ ਔਖਾ, ਬਹੁਤ ਔਖਾ, ਸੱਚ ਸੁਣਨਾ ਬਹੁਤ ਔਖਾ ਹੈ। ਔਰ ਗੁਸਾਈ ਜੀ ਨੇ ਮੇਰੇ ਬਾਰੇ ਇੰਨੀ ਗੱਲ ਹੀ ਕਹੀ ਸੀ ਕਿ ਮੇਰੀ ਪ੍ਰਧਾਨਗੀ 'ਚ ਆਹ ਬੰਦਾ ਛੱਡ ਗਿਆ, ਆਹ ਬੰਦਾ ਛੱਡ ਗਿਆ, ਆਹ ਬੰਦਾ ਛੱਡ ਗਿਆ, ਜਦ ਕਿ ਮੈਂ ਜਿਹੜੇ ਜੋੜੇ ਉਸ ਨੂੰ ਸਮਾਜ ਜਾਣਦਾ, ਸ਼ਹਿਰ ਜਾਣਦਾ। ਸੋ ਐਕਸ਼ਨ ਇਜ਼ ਲਾਊਡਰ ਦੈਨ ਸਪੀਕ। ਮੇਰਾ ਜੋ ਕੰਮ ਕਰਨ ਦਾ ਤਰੀਕਾ ਹੈ, ਜੋ ਰਿਹਾ, ਉਹ ਨਾ ਆਪਣਾ ਕੋਈ ਸਵਾਰਥ ਅੱਗੇ ਰੱਖਿਆ, ਨਾ ਹੁਣ ਰੱਖਣਾ। ਨਿਸਵਾਰਥ ਭਾਵਨਾ ਨਾਲ ਪਾਰਟੀ ਦੀ ਸੇਵਾ ਕੀਤੀ ਹੈ, ਨਿਸਵਾਰਥ ਭਾਵਨਾ ਨਾਲ ਅਗਾਂਹ ਕਰਾਂਗੇ। ਨਾ ਚਮਚਾਗਿਰੀ ਪਹਿਲਾਂ ਕਿਸੇ ਦੀ ਕੀਤੀ ਹੈ ਤੇ ਨਾ ਹੁਣ ਕਰਨੀ ਹੈ। ਇੱਕ ਆਖਰੀ ਸਵਾਲ ਤੋਂ ਬਾਅਦ ਇਸ ਚਰਚਾ ਨੂੰ ਵਿਰਾਮ ਦੇਵਾਂਗੇ ਕਿ ਮੈਂ ਮੰਨ ਕੇ ਚੱਲਾਂ, ਜਿਸ ਤਰ੍ਹਾਂ ਬੀਜੇਪੀ ਕੈਂਡੀਡੇਟਸ ਲੱਭ ਰਹੀ ਹੈ, 117 ਕੈਂਡੀਡੇਟ ਦੇ ਵਿੱਚ ਕਿਤੇ ਰਵਿੰਦਰ ਅਰੋੜਾ ਦਾ ਵੀ ਨਾਮ ਹੋ ਸਕਦਾ ਹੈ ਲੁਧਿਆਣਾ ਭਾਜਪਾ ਦੇ ਵਿੱਚੋਂ? ਰਵਿੰਦਰ ਅਰੋੜਾ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਹੈ। ਭਾਰਤੀ ਜਨਤਾ ਪਾਰਟੀ ਮੇਰੀ ਆਤਮਾ ਹੈ, ਮੇਰਾ ਦਿਲ ਹੈ। ਕੈਂਡੀਡੇਟ ਹੋਣਾ ਨਾ ਹੋਣਾ ਇੱਕ ਬੜੀ ਛੋਟੀ ਜੀ ਗੱਲ ਹੈ। ਪਾਰਟੀ ਜਿੱਥੇ ਡਿਊਟੀ ਲਗਾਏਗੀ ਰਵਿੰਦਰ ਅਰੋੜਾ ਉੱਥੇ ਖੜਾ ਮਿਲੇਗਾ, ਔਰ ਜੋ ਸੰਗਠਨ ਦਾ ਆਦੇਸ਼ ਹੋਏਗਾ ਉਸ ਨੂੰ ਮੰਨਾਂਗੇ। ਇਹਦੇ ਵਿੱਚ ਚੁਣਾਵ ਮੇਰੇ ਲਈ ਮਹੱਤਵਪੂਰਨ ਨਹੀਂ ਹੈ, ਮੇਰੇ ਲਈ ਸੰਗਠਨ ਮਹੱਤਵਪੂਰਨ ਹੈ। ਮੇਰੇ ਲਈ ਰਵਿੰਦਰ ਅਰੋੜਾ ਮਹੱਤਵਪੂਰਨ ਨਹੀਂ ਹੈ, ਸੰਗਠਨ ਦੀ ਵਿਚਾਰਧਾਰਾ ਮਹੱਤਵਪੂਰਨ ਹੈ। ਔਰ ਸੰਗਠਨ ਦੇ ਵਿੱਚ ਸਾਨੂੰ ਤਾਂ ਇਹ ਸਿਖਾਇਆ ਗਿਆ ਕਿ ਸਭ ਤੋਂ ਉੱਤੇ ਦੇਸ਼, ਦੇਸ਼ ਤੋਂ ਬਾਅਦ ਪਾਰਟੀ, ਪਾਰਟੀ ਤੋਂ ਬਾਅਦ ਪਰਿਵਾਰ, ਪਰਿਵਾਰ ਤੋਂ ਬਾਅਦ ਬਾਕੀ ਸਭ ਚੀਜ਼ਾਂ। ਇਹ ਆਉਣੀਆਂ ਜਾਣੀਆਂ ਗੱਲਾਂ ਨੇ। ਇੱਥੇ ਬੜੇ ਬੜੇ ਸਿਕੰਦਰ ਆਏ ਚਲੇ ਗਏ, ਹੱਥ ਖਾਲੀ ਗਏ ਨੇ। ਸੋ ਇਹ ਕੋਈ ਲੰਬੀ ਚੌੜੀ ਗੱਲ ਨਹੀਂ ਕਿ ਆਪਾਂ ਇਲੈਕਸ਼ਨ ਲੜਨਾ, ਕਿ ਜਿੱਤਣਾ ਹਾਰਨਾ, ਵਟਸਐਵਰ। ਜਿੱਥੇ ਪਾਰਟੀ ਕਹੇਗੀ ਲੜਾਂਗੇ, ਪੂਰੀ ਤਨਦੇਹੀ ਨਾਲ, ਪੂਰੀ ਸਮਰੱਥਾ ਨਾਲ ਲੜਾਂਗੇ। ਜੇ ਪਾਰਟੀ ਕਹੇਗੀ ਲੜਾਓ, ਲੜਾਵਾਂਗੇ। ਪਾਰਟੀ ਕਹੇਗੀ ਇੱਥੇ ਖੜੇ ਹੋ ਜਾਓ, ਖੜੇ ਰਹਾਂਗੇ। ਪਾਰਟੀ ਕਹੇਗੀ ਬਹਿ ਜਾਗੇ, ਬਹਿ ਜਾਵਾਂਗੇ, ਜੋ ਪਾਰਟੀ ਕਹੇਗੀ। ਔਰ ਰਹੀ ਗੱਲ ਤੁਸੀਂ ਕਿਹਾ 117 ਕੈਂਡੀਡੇਟਾਂ ਦੀ ਭਾਲ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਇੰਨਾ ਕੁ ਜੁਝਾਰੂ ਹੈ ਕਿ ਉਹ ਹਰ ਮੁਸੀਬਤ ਵਿੱਚੋਂ, ਹਰ ਸੰਕਟ ਕਾਲ ਦੇ ਵਿੱਚ ਹੋਰ ਨਿਖਰ ਕੇ ਨਿਕਲਿਆ। ਅੱਜ ਲੋਕ ਕਹਿੰਦੇ ਨੇ ਕਿ ਅਕਾਲੀ ਦਲ ਨਾਲ ਗਠਬੰਧਨ ਟੁੱਟ ਗਿਆ ਤੇ ਇਹਨਾਂ ਦਾ ਕੁਛ ਨਹੀਂ ਵਟਿਆ ਜਾਣਾ, ਪਰ ਵਟਿਆ ਕਿਹਦਾ ਨਹੀਂ ਜਾਣਾ ਇਹ ਸਮਾਂ ਦੱਸੂਗਾ। ਇਹ ਸਮਾਂ ਦੱਸੂਗਾ। ਸਾਡਾ ਵਟਿਆ ਵੀ ਜਾਊਗਾ, ਅਸੀਂ ਸਰਕਾਰ ਵੀ ਬਣਾਵਾਂਗੇ ਔਰ ਇਸ ਸੂਬੇ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਵਾਂਗੇ। ਸੋ ਇਹ ਸਨ ਰਵਿੰਦਰ ਅਰੋੜਾ ਜੀ, ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਇੱਕ ਧਮਾਕੇਦਾਰ ਗੱਲਾਂ ਕੀਤੀਆਂ ਨੇ। ਮੈਨੂੰ ਉਮੀਦ ਹੈ ਕਿ ਜੋ ਗੱਲਾਂ ਅੱਜ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਉਸ ਤੋਂ ਪਹਿਲਾਂ ਕਿਸੇ ਵੀ ਚੈਨਲ ਜਾਂ ਕਿਸੇ ਵੀ ਇੰਟਰਵਿਊਅਰ ਨੇ ਨਹੀਂ ਕੀਤੀਆਂ ਨੇ। ਡੇਲੀ ਲਾਈਵ ਭਾਰਤ ਦੀ ਇਹ ਮੁਹਿੰਮ ਜੋ ਕਿ ਅਸੀਂ ਲੁਧਿਆਣੇ ਦੀ, ਪੰਜਾਬ ਦੀ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਆ, ਇਸ ਤਰ੍ਹਾਂ ਹੀ ਜਾਰੀ ਰਹੇਗੀ। ਔਰ ਇਹਨਾਂ ਨੂੰ, ਇਹਨਾਂ ਦੀ ਪਾਰਟੀ ਨੂੰ ਬਹੁਤ ਬਹੁਤ ਸ਼ੁਭਕਾਮਨਾ ਦਿੰਦੇ ਹੋਏ, ਦੀਪਾਵਲੀ ਦੀਆਂ ਸ਼ੁਭਕਾਮਨਾ ਦਿੰਦੇ ਹੋਏ ਇਹਨਾਂ ਤੋਂ ਇਜਾਜ਼ਤ ਲਵਾਂਗੇ ਔਰ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਹਾਂਗੇ। ਧੰਨਵਾਦ ਪ੍ਰਭਾਤ ਜੀ, ਬਾਕੀ ਤੁਹਾਡੀ ਸਾਰੀ ਟੀਮ ਦਾ, ਡੇਲੀ ਲਾਈਵ ਦੇ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਇਸ ਇੰਟਰਵਿਊ ਨੂੰ ਸੁਣਨਾ। ਜੇ ਕੋਈ ਚੰਗੀ ਲੱਗੇ ਤੇ ਆਪਣੇ ਤੇ ਕੋਲ ਰੱਖ ਲਿਓ, ਮਾੜੀ ਲੱਗੇ ਤੇ ਮੈਨੂੰ ਮਾਫ ਕਰ ਦਿਓ। ਧੰਨਵਾਦ। ਸੋ ਕੈਮਰਾਮੈਨ ਸੰਦੀਪ ਦੇ ਨਾਲ ਪ੍ਰਭਾਤ ਸ਼ੁਕਲਾ ਦੀ ਰਿਪੋਰਟ ਕਿਸ ਤਰ੍ਹਾਂ ਲੱਗੀ ਸਾਨੂੰ ਜ਼ਰੂਰ ਦੱਸਿਓ। ਫਿਰ ਮਿਲਾਂਗੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ। ਅਗਲੀ ਇੰਟਰਵਿਊ ਤੱਕ ਇੰਤਜ਼ਾਰ ਕਰਦੇ ਰਹੋ। ਧੰਨਵਾਦ।